नो डाउट सोसाइटी ने अपनाया है ਤਾਂ ਹੀ ਅਸੀਂ ਇੱਥੇ ਹਾਂ ਬਟ ਸੁਸਾਇਟੀ ਨੂੰ ਅਪਣਾਉਣ ਵਾਸਤੇ ਦੁਆਰਾ ਸਾਡੇ ਨੂੰ ਅਪਣਾਉਣ ਵਾਸਤੇ ਜਿੰਨੇ ਐਫਰਟ ਲੇਡੀਜ਼ ਨੇ ਕੀਤੇ ਨੇ ਉਹਨਾਂ ਦੀ ਵੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ No doubt we actually have made efforts, number one, and secondly we have been successful simply because we have been sincere in our efforts. ਉਸ ਮੇਲ ਡੋਮੀਨੇਟਡ ਸੁਸਾਇਟੀ ਦੇ ਵਿੱਚ ਬਿਨਾਂ ਕਿਸੇ ਲੜਾਈ ਝਗੜੇ ਤੋਂ ਤੁਸੀਂ ਆਪਣਾ ਪੀਸ ਆਫ ਮਾਈਂਡ ਆਪਣਾ ਬਰਕਰਾਰ ਰੱਖਦੇ ਹੋਏ ਅਗਰ ਅਸੀਂ ਕਿਸੇ ਅਹੁਦੇ ਤੇ ਪਹੁੰਚਦੇ ਹਾਂ ਤੇ ਇਹ ਜ਼ਰੂਰ ਇੱਕ ਉਪਲਬਧੀ ਮੰਨੀ ਜਾਣੀ ਚਾਹੀਦੀ ਹੈ ਜਿਹੜੀ ਕਿ ਹੈ ਵੀ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਸਿਰਫ ਔਰ ਸਿਰਫ ਲੇਡੀਜ਼ ਹੀ ਡੋਮੀਨੇਟ ਕਰ ਰਹੀਆਂ ਐਂਡ ਆਈ ਐਮ ਰੀਅਲੀ ਐਕਚੁਅਲੀ ਪ੍ਰਾਊਡ ਆਫ ਦਿਸ ਪਾਰਟਿਕੂਲਰ ਫੈਕਟ 30 ਸਾਲ ਪਹਿਲਾਂ ਜਦੋਂ ਮੈਂ ਕਾਲਜ ਜੁਆਇਨ ਕੀਤਾ ਸੀ ਉਦੋਂ ਬਹੁਤ ਘੱਟ ਟੀਚਰ ਸੀਗੇ ਜਿਹੜੇ ਲੇਡੀ ਟੀਚਰਸ ਜਿਨ੍ਹਾਂ ਨੇ ਜੁਆਇਨ ਕੀਤਾ ਸੀਗਾ ਬਟ ਅੱਜ ਜਦੋਂ ਅਸੀਂ ਇਸ ਕਾਲਜ ਦੇ ਵਿੱਚ ਦੇਖਦੇ ਹਾਂ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਸਭ ਨਾਲ ਇਹ ਸਾਂਝਾ ਕਰਦੇ ਹੋਏ ਕਿ ਆਰਿਆ ਕਾਲਜ ਬॉयਜ਼ ਦੇ ਵਿੱਚ 60% ਤੋਂ ਜ਼ਿਆਦਾ ਜਿਹੜਾ ਸਟਾਫ ਹੈਗਾ ਵੈ ਉਹ ਲੇਡੀ ਟੀਚਰਸ ਦਾ ਹੈਗਾ ਵੈ ਇੱਕ ਦੇਖੋ ਕਾਲਜ ਦਾ ਤਾਂ ਮੇਨ ਇਹੀ ਹੈ ਜੇ ਅਸੀਂ ਮੰਨ ਲਓ ਇੱਕ ਕੁੜੀ ਨੂੰ ਪੜ੍ਹਾ ਦਿੱਤਾ ਤੇ ਅਸੀਂ ਪੂਰੇ ਸਮਾਜ ਨੂੰ ਪੜ੍ਹਾ ਦਿੱਤਾ ਕੁੜੀਆਂ ਦਾ ਕਾਲਜ ਹੋਵੇ ਚਾਹੇ ਮੁੰਡਿਆਂ ਦਾ ਕਾਲਜ ਹੋਵੇ ਜਿਹੜੀ ਇੱਕ ਸਿੱਖਿਆ ਦਿੱਤੀ ਜਾ ਰਹੀ ਹੈ ਇਹ ਤੋਂ ਵੱਡਾ ਮੈਨੂੰ ਲੱਗਦਾ ਹੈ ਹੋਰ ਅਸੀਂ ਯੋਗਦਾਨ ਨਹੀਂ ਪਾ ਸਕਦੇ समय है समय को आदत है बीत जाने की और फिर कभी भी लौट कर ना आने की बट आदमी भी बड़ी चीज़ है जाते हुए लम्हों की झोली से चुरा के कुछ एहसास रख लेता है अपने पास सदा के लिए ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਸੋ ਦੋਸਤੋ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਵੂਮੈਨਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਦੋਸਤੋ ਅਗਰ ਗੱਲ ਕਰੀਏ ਕੁਝ ਸਾਲ ਪਹਿਲੇ ਦੀ ਤੇ ਬਹੁਤ ਘੱਟ ਹੁੰਦਾ ਸੀਗਾ ਕਿ ਮਹਿਲਾਵਾਂ ਉੱਚ ਅਹੁਦੇ ਤੇ ਨਜ਼ਰ ਆਉਂਦੀਆਂ ਸੀਗੀਆਂ ਲੇਕਿਨ ਅੱਜ ਸਮਾਂ ਬਦਲਿਆ ਲੋਕਾਂ ਦੀ ਸੋਚ ਬਦਲੀ ਔਰ ਅੱਜ ਮਹਿਲਾਵਾਂ ਹਰ ਖੇਤਰ ਦੇ ਵਿੱਚ ਉੱਚ ਅਹੁਦੇ ਤੇ ਨਜ਼ਰ ਆਉਂਦੀਆਂ ਨੇ ਉਹਨਾਂ ਵਿੱਚੋਂ ਇੱਕ ਨੇ ਸਾਡੇ ਅੱਜ ਦੇ ਗੈਸਟ ਯਾਨੀ ਕਿ ਆਰਿਆ ਕਾਲਜ ਦੇ ਪ੍ਰਿੰਸੀਪਲ ਮੈਮ ਡਾਕਟਰ ਸੁਖਸ਼ਮ ਆਲੂਵਾਲੀਆ ਤਾਂ ਫਿਰ ਵੈਲਕਮ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਵੈਲਕਮ ਟੂ ਲੁਧਿਆਣਾ ਲਾਈਵ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਸੋ ਵੂਮੈਨਸ ਡੇ ਸਪੈਸ਼ਲੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਐਪੀਸੋਡ ਦੇ ਵਿੱਚ ਆਈ ਐਮ ਰੀਅਲੀ ਬਲੈਸਡ ਟੂ ਬੀ ਅ ਪਾਰਟ ਆਫ ਦਿਸ ਸ਼ੋ ਆਈ ਐਮ ਵੈਰੀ ਹੈਪੀ ਥੈਂਕ ਯੂ ਸੋ ਮੈਮ ਜਿੱਦਾਂ ਮੈਂ ਕਿਹਾ ਕਿ ਪਹਿਲਾਂ ਕੁਝ ਸਾਲ ਪਹਿਲੇ ਬਹੁਤ ਘੱਟ ਹੁੰਦਾ ਸੀ ਕਿ ਮਹਿਲਾਵਾਂ ਬਹੁਤ ਘੱਟ ਉੱਚ ਅਹੁਦੇ 'ਤੇ ਨਜ਼ਰ ਆਉਂਦੀਆਂ ਸੀ ਲੇਕਿਨ ਅੱਜ ਸਮਾਂ ਬਦਲਿਆ ਲੋਕਾਂ ਦੀ ਸੋਚ ਬਦਲੀ ਉਸ ਨਾਲ ਮਹਿਲਾਵਾਂ ਅੱਜ ਹਰ ਖੇਤਰ ਦੇ ਵਿੱਚ ਨਜ਼ਰ ਆ ਰਹੀਆਂ ਨੇ ਉੱਚ ਅਹੁਦੇ 'ਤੇ ਕਿੱਦਾਂ ਦਾ ਲੱਗ ਰਿਹਾ ਪਰਿਵਰਤਨ परिवर्तन नो डाउट एज अ विमेन इफ आई से इट इज़ सपोज टू बी द बेस्ट बहुत ही ਵਧੀਆ ਲੱਗ ਰਿਹਾ ਹੈ ਔਰ ਲੱਗਣਾ ਵੀ ਚਾਹੀਦਾ ਹੈ ਬਿਕੋਜ਼ ਹੁਣ ਸਮਾਂ ਹੈ ਜਿਹਦੇ ਵਿੱਚ ਜ਼ਿਆਦਾਤਰ ਕੰਮ ਜਿਹੜੇ ਹੈਗੇ ਆ ਉਹ ਔਰਤਾਂ ਹੀ ਕਰ ਰਹੀਆਂ ਨੇ ਆਈ ਐਮ ਵੈਰੀ ਪ੍ਰਾਊਡ ਟੂ ਬੀ ਪਾਰਟ ਆਫ ਆਰਿਆ ਕਾਲਜ ਆਲਸੋ 30 ਸਾਲ ਪਹਿਲਾਂ ਜਦੋਂ ਮੈਂ ਕਾਲਜ ਜੁਆਇਨ ਕੀਤਾ ਸੀ ਉਦੋਂ ਬਹੁਤ ਘੱਟ ਟੀਚਰ ਸੀਗੇ ਜਿਹੜੇ ਲੇਡੀ ਟੀਚਰਸ ਜਿਨ੍ਹਾਂ ਨੇ ਜੁਆਇਨ ਕੀਤਾ ਸੀਗਾ ਬਟ ਅੱਜ ਜਦੋਂ ਅਸੀਂ ਇਸ ਕਾਲਜ ਦੇ ਵਿੱਚ ਦੇਖਦੇ ਹਾਂ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਸਭ ਨਾਲ ਇਹ ਸਾਂਝਾ ਕਰਦੇ ਹੋਏ ਕਿ ਆਰਿਆ ਕਾਲਜ ਬॉयਜ਼ ਦੇ ਵਿੱਚ 60% ਤੋਂ ਜ਼ਿਆਦਾ ਜਿਹੜਾ ਸਟਾਫ ਹੈਗਾ ਵੈ ਉਹ ਲੇਡੀ ਟੀਚਰਸ ਦਾ ਹੈਗਾ ਵੈ ਔਰ ਇਹ ਇਸ ਕਰਕੇ ਹੈ ਬਿਕੋਜ਼ ਕੁੜੀਆਂ ਨੇ ਬਹੁਤ ਤਰੱਕੀ ਕੀਤੀ ਹੈ ਮਿਹਨਤ ਕੀਤੀ ਹੈ ਅਤੇ ਜਿਸ ਜਗ੍ਹਾ 'ਤੇ ਅਸੀਂ ਪਹੁੰਚੇ ਹਾਂ ਅਸੀਂ ਆਪਣੇ ਬਲਬੂਤੇ 'ਤੇ ਪਹੁੰਚੇ ਹਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਹਾਨੂੰ ਲੱਗਦਾ ਕਿ ਵੀ ਕਿਸੇ ਜਿਹੜੀ ਸੁਸਾਇਟੀ ਹੈ ਸਾਡੀ ਉਹਨਾਂ ਨੇ ਅਪਣਾ ਲਿਆ ਹੋਇਆ ਕਿ ਮਹਿਲਾਵਾਂ ਨੂੰ ਅਹੁਦਿਆਂ 'ਤੇ ਕਿ ਹਾਲੇ ਵੀ ਕੁਝ ਫੇਸ ਕਰਨਾ ਪੈਂਦਾ ਦੇਖੋ ਹਮੇਸ਼ਾ ਦੋ ਤਰੀਕੇ ਨਾਲ ਇਸ ਚੀਜ਼ ਨੂੰ ਲਿੱਤਾ ਜਾਂਦਾ ਹੈ ਕਿ ਨੋ ਡਾਊਟ ਸੁਸਾਇਟੀ ਨੇ ਅਪਣਾਇਆ ਹੈ ਤਾਂ ਹੀ ਅਸੀਂ ਇੱਥੇ ਹਾਂ ਬਟ ਸੁਸਾਇਟੀ ਨੂੰ ਅਪਣਾਉਣ ਵਾਸਤੇ ਦੁਆਰਾ ਸਾਡੇ ਨੂੰ ਅਪਣਾਉਣ ਵਾਸਤੇ ਜਿੰਨੇ ਐਫਰਟ ਲੇਡੀਜ਼ ਨੇ ਕੀਤੇ ਨੇ ਉਹਨਾਂ ਦੀ ਵੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਨੋ ਡਾਊਟ ਵੀ ਐਕਚੁਅਲੀ ਹੈਵ ਮੇਡ ਐਫਰਟਸ ਨੰਬਰ 1 ਐਂਡ ਸੈਕੰਡਲੀ ਵੀ ਹੈਵ ਬਿਨ ਸਕਸੈਸਫੁਲ ਸਿੰਪਲੀ ਬਿਕੋਜ਼ ਵੀ ਹੈਵ ਬਿਨ ਸਿੰਸੀਅਰ ਇਨ ਆਰ ਐਫਰਟਸ ਕਿਉਂਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਜੇ ਅਸੀਂ ਸਿੰਸੈਰਿਟੀ ਨਾਲ ਕਰਦੇ ਹਾਂ ਚਾਹੇ ਉਹ ਕੋਈ ਵੀ ਮੇਲ ਹੋਵੇ ਜਾਂ ਫੀਮੇਲ ਹੋਵੇ ਅਸੀਂ ਉੱਥੇ ਪਹੁੰਚਦੇ ਹਾਂ ਬਟ ਲੇਡੀਜ਼ ਦੇ ਮਾਮਲੇ ਦੇ ਵਿੱਚ ਇਹ ਚੀਜ਼ ਇਸ ਕਰਕੇ ਵੀ ਜ਼ਿਆਦਾ ਅੱਛੀ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਸੰਘਰਸ਼ ਥੋੜ੍ਹਾ ਜਿਹਾ ਕੰਪੈਰੇਟਿਵਲੀ ਜ਼ਿਆਦਾ ਕਰਨਾ ਪੈਂਦਾ ਕਿਉਂਕਿ ਆਫਟਰ ਆਲ
ਮੇਲ ਡੋਮੀਨੇਟਿਡ ਸੁਸਾਇਟੀ ਹੈ ਜਿੱਦਾਂ ਆਪਾਂ ਕਹਿੰਦੇ ਹਾਂ, ਪਰ ਉਸ ਮੇਲ ਡੋਮੀਨੇਟਿਡ ਸੁਸਾਇਟੀ ਦੇ ਵਿੱਚ ਬਿਨਾਂ ਕਿਸੇ ਲੜਾਈ ਝਗੜੇ ਤੋਂ ਤੁਸੀਂ ਆਪਣਾ ਪੀਸ ਆਫ ਮਾਈਂਡ ਆਪਣਾ ਬਰਕਰਾਰ ਰੱਖਦੇ ਹੋਏ ਅਗਰ ਅਸੀਂ ਕਿਸੇ ਅਹੁਦੇ 'ਤੇ ਪਹੁੰਚਦੇ ਹਾਂ ਤੇ ਇਹ ਜ਼ਰੂਰ ਇੱਕ ਉਪਲਬਧੀ ਮੰਨੀ ਜਾਣੀ ਚਾਹੀਦੀ ਹੈ, ਜਿਹੜੀ ਕਿ ਹੈ ਵੀ। ਔਰ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਸਿਰਫ ਔਰ ਸਿਰਫ ਲੇਡੀਜ਼ ਹੀ ਡੋਮੀਨੇਟ ਕਰ ਰਹੀਆਂ, ਐਂਡ ਆਈ ਐਮ ਰੀਅਲੀ ਐਕਚੁਅਲੀ ਪ੍ਰਾਊਡ ਆਫ ਦਿਸ ਪਰਟੀਕੂਲਰ ਫੈਕਟ। ਔਰ ਜਿੱਦਾਂ ਤੁਸੀਂ ਕਿਹਾ ਕਿ ਮਹਿਲਾਵਾਂ ਨੂੰ ਹਾਲੇ ਵੀ ਕਿਤੇ ਨਾ ਕਿਤੇ ਸੰਘਰਸ਼ ਕਰਨਾ ਪੈਂਦਾ ਹੈਗਾ ਵੈ, ਸੋ ਅਗਰ ਗੱਲ ਕਰੀਏ ਤਾਂ ਹਾਲੇ ਵੀ ਸਮਾਜ ਦੇ ਵਿੱਚ ਕਿਹੜੀ ਚੀਜ਼ਾਂ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ, ਭਾਵੇਂ ਇੱਕ ਟੀਨ ਏਜ ਹੋਵੇ, ਇੱਕ ਕਾਲਜ ਲਾਈਫ ਹੋਵੇ, ਇੱਕ ਵਿਆਹ ਤੋਂ ਬਾਅਦ ਦੀ ਉਮਰ ਹੋਵੇ, ਕਿਹੜੀ ਚੀਜ਼ਾਂ ਕਿਸ ਏਜ 'ਤੇ ਫੇਸ ਕਰਨੀਆਂ ਪੈਂਦੀਆਂ ਨੇ? ਦੇਖੋ, ਇੱਕ ਨਾ ਇਹ ਇਹੋ ਜਿਹੀ ਗੱਲ ਹੈ ਜਿਹਦੇ ਬਾਰੇ ਬੜੀ ਉਹ ਦਕੀਆਨੂਸੀ ਜਿਹਾ ਜਵਾਬ ਦੇਣਾ ਪੈਂਦਾ ਹੈ, ਪਰ ਉਹ ਹਾਲੇ ਵੀ ਨਾ ਇੰਡੀਅਨ ਸੁਸਾਇਟੀ ਦੇ ਵਿੱਚ ਇੱਕ ਸੱਚ ਹੈ, ਕੜਵਾ ਸੱਚ ਹੈ, ਨੋ ਡਾਊਟ, ਪਰ ਇੱਕ ਸੱਚ ਹੈ। ਹਾਂ, ਗਿਣਤੀ ਘਟ ਗਈ ਹੈ। ਜੇ ਅਸੀਂ ਪਹਿਲਾਂ ਕਹੀਏ ਕਿ ਅਗਰ 100 ਵਿਆਹ ਹੁੰਦੇ ਸੀ ਅਤੇ ਉਹ 100% ਦੇ ਵਿੱਚੋਂ 90% ਜਿਹੜੇ ਸੀ ਉਹ ਦਾਜ ਨਾਲ ਹੀ ਹੁੰਦੇ ਸੀਗੇ, ਹੁਣ ਮੈਨੂੰ ਲੱਗਦਾ ਹੈ ਕਿ ਉਹ ਪਰਸੈਂਟੇਜ ਘਟ ਗਈ ਹੈ, ਜਾਂ ਉਹ ਜਿਹੜਾ ਦਾਜ ਵਰਡ ਹੈ ਉਹਦੀ ਡੈਫੀਨੇਸ਼ਨ ਘਟ ਗਈ ਹੈ, ਪਰ ਉਹ ਹਾਲੇ ਵੀ ਐਗਜ਼ਿਸਟ ਕਰਦਾ ਵੈ ਐਟ ਸਮ ਸਟੇਜਿਸ। ਅਤੇ ਉਹਦੇ ਵਾਸਤੇ ਵੀ ਜੇ ਆਪਾਂ ਡਿਟੇਲ ਵਿੱਚ ਇਹਨਾਂ ਚੀਜ਼ਾਂ ਨੂੰ ਡਿਸਕਸ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹਦੇ ਵਿੱਚ ਵੀ ਕੁਝ ਹੱਦ ਤੱਕ ਔਰਤਾਂ ਖੁਦ ਵੀ ਜ਼ਿੰਮੇਵਾਰ ਨੇ। ਕੁਝ ਇਹੋ ਜਿਹੀਆਂ ਹਾਲੇ ਵੀ ਲੇਡੀਜ਼ ਨੇ, ਗਰਲਸ ਨੇ, ਜਿਹੜੀਆਂ ਇਸ ਚੀਜ਼ ਤੋਂ ਬਾਹਰ ਨਹੀਂ ਆ ਪਾ ਰਹੀਆਂ ਕਿ ਉਹਨਾਂ ਨੇ ਜਦੋਂ ਇੱਕ ਘਰ ਤੋਂ ਦੂਜੇ ਘਰ ਦੇ ਵਿੱਚ ਸ਼ਿਫਟ ਕਰਨਾ ਹੈ ਤਾਂ ਇਕੱਲੇ ਉਹਨਾਂ ਨੇ ਸ਼ਿਫਟ ਨਹੀਂ ਕਰਨਾ, ਉਹਨਾਂ ਦੇ ਨਾਲ ਉਹਨਾਂ ਦੇ ਸਮਾਨ, ਉਹਨਾਂ ਦੇ ਕੱਪੜਿਆਂ ਸਭ ਨੇ ਸ਼ਿਫਟ ਕਰਨਾ ਹੈ। ਉਹ ਚੀਜ਼ਾਂ ਅਵੋਇਡ ਕੀਤੀਆਂ ਜਾਣੀਆਂ ਚਾਹੀਦੀਆਂ ਵੈ, ਔਰ ਉਹਦਾ ਇੱਕ ਪ੍ਰੈਕਟੀਕਲ ਸਲਿਊਸ਼ਨ ਜਿਹੜਾ ਹੈਗਾ ਵੈ ਉਹ ਸਾਨੂੰ ਲੱਭਣਾ ਚਾਹੀਦਾ। ਜਦ ਤੱਕ ਅਸੀਂ ਖੁਦ ਇਸ ਫੀਲਡ ਦੇ ਵਿੱਚ ਵੀ ਅੱਗੇ ਨਹੀਂ ਵੱਧਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸ਼ਾਇਦ ਆਉਣ ਵਾਲੇ ਵੀ ਕਈ ਸਾਲਾਂ ਤੱਕ ਇੱਕ ਪਰਟੀਕੂਲਰ ਵਰਡ ਜਿਹੜਾ ਸਾਨੂੰ ਬਹੁਤ ਚੁਭਦਾ ਹੈ, ਦਹੇਜ, ਉਹ ਹਾਲੇ ਕੰਟੀਨਿਊ ਰਹਿਣ ਵਾਲਾ ਹੈ। ਬਟ ਅਸੀਂ ਅਗਰ ਐਫਰਟ ਕਰੀਏ ਔਰ ਸਮਾਜ ਜਿੱਦਾਂ ਕਿ ਬਦਲ ਰਿਹਾ ਵੈ, ਉਸ ਬਦਲਣ ਵਾਲੀ ਜਿਹੜੀ ਸਾਡੀ ਸਥਿਤੀ ਹੈ ਉਹਨੂੰ ਅਸੀਂ ਕੈਚ ਕਰ ਲਈਏ ਔਰ ਫਿਰ ਐਕਚੁਅਲ ਅਗਰ ਅਸੀਂ ਚੇਂਜ ਲੈ ਕੇ ਆਈ ਜਾਈਏ ਤਾਂ ਇਹ ਸਾਡਾ ਹੋਏਗਾ। ਸਪੈਸ਼ਲੀ ਦੋਜ਼ women who are already into this, they can go ahead and fight for this thing. ਬਿਲਕੁਲ, ਜਦੋਂ ਅਸੀਂ ਦਹੇਜ ਦੀ ਗੱਲ ਕੀਤੀ ਹੈ, ਸੋ ਇਹ ਅਸੀਂ ਬਚਪਨ ਤੋਂ ਪੜ੍ਹਦੇ ਵੀ ਆਏ ਹਾਂ, ਬਹੁਤ ਸੈਮੀਨਾਰਸ ਵੀ ਚੱਲਦੇ ਆ ਇਸ ਨੂੰ ਲੈ ਕੇ, ਲੇਕਿਨ ਅੱਜ ਇਸ ਦੇ ਨਾਲ ਇੱਕ ਹੋਰ ਨਵੀਂ ਚੀਜ਼ ਆ ਕੇ ਖੜੀ ਹੋ ਗਈ ਹੈ ਕਿ ਉਹ ਹੈ ਡਿਵੋਰਸ ਦੇ ਵੱਧਦੇ ਕੇਸਿਸ। ਭਾਵੇਂ ਸਾਡੀ ਆਬਾਦੀ ਦੇਸ਼ ਦੀ ਇੰਨੀ ਵੱਡੀ ਹੈਗੀ ਹੈ, ਲੇਕਿਨ ਫਿਰ ਵੀ ਹਰ ਪਰਸਨ ਇਹੀ ਕਹਿੰਦਾ ਕਿ ਇੱਕ ਚੰਗਾ ਮੁੰਡਾ ਲੱਭਣਾ ਔਰ ਇੱਕ ਚੰਗੀ ਕੁੜੀ ਲੱਭਣਾ ਅੱਜ ਦੇ ਸਮੇਂ 'ਚ ਬਹੁਤ ਔਖਾ ਹੈ। ਇਸ ਦੇ ਪਿੱਛੇ ਤੁਸੀਂ ਕੀ ਕਾਰਨ ਦੇਖਦੇ ਹੋ? ਦੇਖੋ, ਇਸ ਤਰ੍ਹਾਂ ਹੈਗਾ ਵੈ ਕਿ ਜਿੱਦਾਂ ਤੁਸੀਂ ਪਹਿਲਾਂ ਹੀ ਜਦੋਂ ਸ਼ੁਰੂਆਤ ਕੀਤੀ ਅਤੇ ਤੁਸੀਂ ਇਹ ਕਿਹਾ ਕਿ ਹੁਣ ਬਹੁਤ ਸਾਰੇ ਅਹੁਦਿਆਂ 'ਤੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਹੈ, ਇਟ ਇਜ਼ ਅ ਫੈਕਟ ਕਿ ਵਿਮਨ ਜਿਹੜੀਆਂ ਹੈਗੀਆਂ ਉਹ ਵਰਕਿੰਗ ਵਿਮਨ ਦੇ ਵਿੱਚ ਕਨਵਰਟ ਜ਼ਿਆਦਾਤਰ ਹੋ ਰਹੀਆਂ। ਜਿਹੜੀਆਂ ਘਰ ਦੇ ਵਿੱਚ ਵੀ ਹੈ ਉਹ ਵੀ ਕੋਈ ਨਾ ਕੋਈ ਆਪਣਾ ਬਿਜ਼ਨਸ, ਕੋਈ ਨਾ ਕੋਈ ਕਿੱਤਾ ਜ਼ਰੂਰ ਅਪਣਾਉਣ ਦੀ ਕੋਸ਼ਿਸ਼ ਕਰਦੀਆਂ, ਔਰ ਹਰ ਲੇਡੀ ਨੂੰ ਸਿਖਾਇਆ ਵੀ ਇਹੀ ਜਾਂਦਾ ਹੈ। ਮੇਰੇ ਕੋਲ 500 ਤੋਂ ਵੱਧ ਕੁੜੀਆਂ ਨੇ ਕਾਲਜ ਦੇ ਵਿੱਚ, ਅਸੀਂ ਉਹਨਾਂ ਨੂੰ ਇਹ ਸਮਝਾਉਂਦੇ ਹਾਂ ਕਿ ਬੇਟਾ ਆਪਣੇ ਪੈਰਾਂ 'ਤੇ ਜ਼ਰੂਰ ਖੜ੍ਹੇ ਹੋਣਾ ਵੈ। ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਆਫਟਰ ਇਫੈਕਟ ਇਹ ਨਿਕਲ ਕੇ ਆਇਆ ਹੈ ਕਿ ਯੰਗਸਟਰਸ ਦੇ ਵਿੱਚ ਜਿਹੜੀ ਪੇਸ਼ੈਂਸ ਹੈਗੀ ਹੈ ਉਹ ਘੱਟ ਗਈ ਹੈ। ਠੀਕ ਹੈ, ਹਰ ਇੱਕ ਉਹ ਕੁੜੀ ਜਿਹਨੂੰ ਲੱਗਦਾ ਹੈ ਕਿ ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹਾਂ, ਉਹ ਇਹ ਮਹਿਸੂਸ ਕਰਦੀ ਹੈ ਕਿ ਮੈਂ ਹੁਣ ਕੁਝ ਬਰਦਾਸ਼ਤ ਨਹੀਂ ਕਰਨਾ। ਇਹ ਗੱਲ ਬਿਲਕੁਲ ਠੀਕ ਹੈ, ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਬਟ ਇੱਥੇ ਮੈਂ ਇਹਨਾਂ ਸਾਰੇ ਬੱਚਿਆਂ ਨੂੰ ਇਹ ਜ਼ਰੂਰ ਸੰਦੇਸ਼ ਦੇਣਾ ਚਾਹਾਂਗੀ ਕਿ ਬੇਟਾ, ਨੋ ਡਾਊਟ ਅਸੀਂ ਬਰਦਾਸ਼ਤ ਨਹੀਂ ਕਰਨਾ, ਲੇਕਿਨ ਫਾਈਟ ਕਰਨ ਦਾ ਤਰੀਕਾ ਸਿਰਫ ਡਿਵੋਰਸ ਨਹੀਂ ਹੈ। ਕਿਉਂਕਿ ਜੇ ਅਸੀਂ ਫੈਮਿਨਿਜ਼ਮ ਨੂੰ ਦੇਖੀਏ, ਮੈਂ ਥੋੜ੍ਹਾ ਜਿਹਾ ਦੱਸਣਾ ਚਾਹੂੰਗੀ ਕਿ ਮੈਂ ਆਪਣੀ ਡਾਕਟਰੇਟ ਦੀ ਜਿਹੜੀ ਡਿਗਰੀ ਹੈਗੀ ਹੈ PhD ਦੀ, ਉਹਦੇ ਵਿੱਚ ਮੈਂ ਫੈਮਿਨਿਜ਼ਮ 'ਤੇ ਕੰਮ ਕੀਤਾ ਹੈ। ਅਤੇ ਜਿਹੜਾ ਇੰਡੀਅਨ ਫੈਮਿਨਿਜ਼ਮ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਇਹ ਪੱਛਮ ਵਾਲਾ ਜਿਹੜਾ ਹੈ ਉਹਦੇ ਨਾਲ ਨਹੀਂ ਅਸੀਂ ਅੱਗੇ ਤੁਰਨਾ। ਹਰ ਚੀਜ਼ ਦਾ ਹੱਲ ਜਿਹੜਾ ਹੈਗਾ ਉਹ ਲੜਾਈ ਨਹੀਂ ਹੈ। ਠੀਕ ਹੈ, ਪੇਸ਼ੈਂਸ ਰੱਖਦੇ ਹੋਏ ਆਪਣੀ ਨੂੰ ਸਾਬਿਤ ਕਰਨਾ, ਇਹ ਸਾਡੀ ਲੜਾਈ ਹੈ। ਠੀਕ ਹੈ, ਇਹ ਨਹੀਂ ਹੈ ਕਿ ਅੱਛਾ ਹਰ ਚੀਜ਼ ਦਾ ਹੱਲ ਇਹਨੂੰ ਹੁਣ ਬ੍ਰੇਕ ਕਰ ਦਿੱਤਾ ਜਾਵੇ, ਇਹਨੂੰ ਖ਼ਤਮ ਕਰ ਦਿੱਤਾ ਜਾਵੇ। ਜਿਹੜਾ ਇੱਕ ਇੰਸਟੀਟਿਊਸ਼ਨ ਹੈ ਮੈਰਿਜ ਦਾ ਇੰਸਟੀਟਿਊਸ਼ਨ, ਉਹਦੀ ਰਿਸਪੈਕਟ ਕਰਨੀ ਹੈ। ਇੰਡੀਅਨ ਫੈਮਿਨਿਜ਼ਮ ਟੈਲਸ ਅਸ, ਹੁਣ ਤੁਸੀਂ ਸਿੱਧੀ ਸਾਦੀ ਗੱਲ ਹੈ, ਪਹਿਲਾਂ ਅਸੀਂ ਕਹਿੰਦੇ ਹਾਂ ਜੀ ਦੇਖੋ ਜੀ ਮੇਲ ਡੋਮੀਨੇਟਿਡ ਹੈ, ਜੀ ਮੇਲ ਡੋਮੀਨੇਟਿਡ ਹੈ। ਹੁਣ ਅਸੀਂ ਅਹੁਦਿਆਂ 'ਤੇ ਪਹੁੰਚ ਕੇ ਅਸੀਂ ਚੀਜ਼ਾਂ ਲੈ ਲਈਆਂ, ਹੁਣ ਅਸੀਂ ਕੀ ਕਰੀਏ, ਅਸੀਂ ਬੰਦਿਆਂ ਨੂੰ ਦਬਾ ਲਈਏ ਅਤੇ ਅਸੀਂ ਕਹੀਏ ਜੀ ਨਹੀਂ ਹੁਣ ਜੀ ਵਿਮਨ ਡੋਮੀਨੇਟਿਡ ਹੈ, ਤਾਂ ਬੈਲੈਂਸ ਤਾਂ ਫਿਰ ਬਣਿਆ ਹੀ ਨਹੀਂ। ਅਤੇ ਜਦੋਂ ਮੈਰਿਜ ਹੁੰਦੀ ਹੈ ਉਹਦੇ ਵਿੱਚ ਇੱਕ ਬੈਲੈਂਸ ਦੀ ਜ਼ਰੂਰਤ ਹੁੰਦੀ ਹੈ। ਉਸ ਬੈਲੈਂਸ ਨੂੰ ਮੇਨਟੇਨ ਕਰਨਾ, ਮਤਲਬ ਤੁਸੀਂ ਆਪਣੇ ਐਕਸ਼ਨ ਨਾਲ
ਦੂਸਰੇ ਬੰਦੇ ਨੂੰ ਇਹ ਦੱਸੋ ਕਿ ਦਿਸ ਇਜ਼ ਅ ਨੋ ਨੌਨਸੈਂਸ ਜ਼ੋਨ, ਮੈਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਨੀਆਂ, ਠੀਕ ਹੈ। ਲੇਕਿਨ ਇੱਕ ਕਹਿਣ ਦਾ ਤਰੀਕਾ ਅਗਰ ਤੁਹਾਡਾ ਪਿਆਰ ਵਾਲਾ ਹੋਵੇ ਜਾਂ ਥੋੜ੍ਹਾ ਜਿਹਾ ਬਰਦਾਸ਼ਤ ਭਰਿਆ ਹੋਵੇ, ਤੇ ਇਹ ਜਿਹੜੀ ਮੇਜਰ ਪ੍ਰੋਬਲਮ ਆ ਰਹੀ ਹੈ, ਕਿਉਂਕਿ ਮੈਂ ਇਸ ਚੀਜ਼ ਨੂੰ ਜ਼ਰੂਰ ਮੰਨਦੀ ਹਾਂ ਕਿ ਜਦੋਂ ਤੁਲਨਾ ਕੀਤੀ ਜਾਂਦੀ ਹੈ ਇੱਕ ਮੁੰਡੇ ਤੇ ਕੁੜੀ ਦੀ, ਤਾਂ ਰੱਬ ਨੇ ਸਾਨੂੰ ਬਣਾਇਆ ਇਸ ਤਰ੍ਹਾਂ ਹੈਗਾ ਕਿ ਸਹਿਣਸ਼ੀਲਤਾ ਦਾ ਜਿਹੜਾ ਆਪਾਂ ਕਹਿੰਦੇ ਹਾਂ ਨਾ ਕਿ ਗੁਣ, ਉਹ ਥੋੜ੍ਹਾ ਜਿਹਾ ਸਾਡੇ 'ਚ ਜ਼ਿਆਦਾ ਹੈ। ਉਹਦੀ ਥੋੜ੍ਹਾ ਜਿਹਾ ਜ਼ਿਆਦਾ ਇਸਤੇਮਾਲ ਕਰਦੇ ਹੋਏ ਹਾਂ, ਇਨਜਸਟਿਸ ਬਰਦਾਸ਼ਤ ਨਹੀਂ ਕਰਨਾ, ਉਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ। ਲੇਕਿਨ ਜਸਟਿਸ ਦੇ ਨਾਂ 'ਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਗਲਤ ਹੱਥਾਂ ਦੇ ਵਿੱਚ ਅਸੀਂ ਪੈ ਜਾਂਦੇ ਹਾਂ, ਉਹਦੇ 'ਤੇ ਵੀ ਨਹੀਂ ਨਿਕਲਣਾ। ਅਤੇ ਇੱਕ ਬੈਲੈਂਸਡ ਅਗਰ ਅਸੀਂ ਰੱਖੀਏ ਲਾਈਫ ਦਾ, ਅਤੇ ਮੈਨੂੰ ਲੱਗਦਾ ਹੈ ਕਿ ਇਹ ਡਿਵੋਰਸ ਵਾਲਾ ਇਸ਼ੂ ਜਿਹੜਾ ਉਹਨੂੰ ਵੀ ਆਪਾਂ ਸੋਲਵ ਕਰ ਸਕਦੇ ਹਾਂ। ਬਿਲਕੁਲ, ਜਿੱਦਾਂ ਤੁਸੀਂ ਵੈਸਟਰਨ ਕਲਚਰ ਦੀ ਗੱਲ ਕੀਤੀ ਹੈਗੀ ਹੈ ਕਿ ਬਹੁਤ ਕਹਿੰਦੇ ਨੇ ਚੰਗੀਆਂ ਚੀਜ਼ਾਂ ਆਪਾਂ ਘੱਟ ਬਣਾਉਂਦੇ ਹੈਗੇ, ਮਾੜੀਆਂ ਚੀਜ਼ਾਂ ਜ਼ਿਆਦਾ ਪਕੜ ਲੈਂਦੇ ਹਾਂ ਉਹਨੂੰ ਤੇਜ਼ੀ ਦੇ ਨਾਲ। ਅਤੇ ਜਿੱਦਾਂ ਹੀ ਤੁਸੀਂ ਵਿਆਹ ਵਾਲੀ ਆਪਣੀ ਗੱਲ ਜਿਵੇਂ ਟੌਪਿਕ ਚੱਲ ਰਿਹਾ, ਤਾਂ ਇਹਦੇ 'ਚ ਵੀ ਜਾਂਦਾ ਸੀ ਕਿ ਪੁਰਾਣੇ ਲੋਕਾਂ ਨੂੰ ਮਿਲੀਏ ਅਤੇ ਉਹ ਦੱਸਦੇ ਹੁੰਦੇ ਸੀ ਕਿ ਅਸੀਂ ਨਾ ਮੁੰਡੇ ਵਾਲੇ ਕਹਿੰਦੇ ਅਸੀਂ ਮੁੰਡੇ ਨੂੰ ਦੇਖਿਆ ਸੀ, ਤਾਂ ਕੁੜੀ ਵਾਲੇ ਕਹਿੰਦੇ ਨਾ ਅਸੀਂ ਕੁੜੀ ਨੂੰ ਦੇਖਿਆ ਸੀਗਾ, ਅਤੇ ਘਰ ਦੇ ਹੀ ਜਾਂਦੇ ਸੀ ਜਦੋਂ ਰਿਸ਼ਤਾ ਪੱਕਾ ਕਰ ਆਉਂਦੇ ਸੀਗੇ। ਸਮਾਂ ਬਦਲਦਾ ਗਿਆ ਅਤੇ ਫਿਰ ਸੋਸ਼ਲ ਮੀਡੀਆ ਦੀ ਦੁਨੀਆ ਆ ਗਈ, ਲੋਕ ਸੋਸ਼ਲ ਮੀਡੀਆ 'ਤੇ ਫੋਟੋਜ਼ ਦੇਖਣ ਲੱਗ ਗਏ। ਫਿਰ 10 ਦਿਨ ਪੈਂਡਿੰਗ ਹੋਏ, ਕਿ 10 ਦਿਨ ਤੁਸੀਂ ਘੁੰਮ ਫਿਰ ਲਓ, ਇੱਕ ਦੂਜੇ ਨੂੰ ਜਾਣ ਲਓ, ਠੀਕ ਲੱਗਦਾ ਤਾਂ ਕਰ ਲਿਓ, ਨਹੀਂ ਲੱਗਿਆ ਤਾਂ ਰਹਿਣ ਦਿਓ। ਲੇਕਿਨ ਹੁਣ ਉਹ ਲਿਵ ਇਨ ਦੇ ਉੱਪਰ ਅਸੀਂ ਆ ਗਏ ਹੋਏ ਹਾਂ। ਹੁਣ ਅਸੀਂ ਮਹੀਨਾ 2 ਸਾਲ 1 ਸਾਲ ਰਹਿੰਦੇ, ਫਿਰ ਸੋਚਦੇ ਕਿ ਹਾਂਜੀ ਹੁਣ ਵਿਆਹ ਕਰਾਈਏ ਕਿ ਨਾ ਕਰਾਈਏ। ਕਿਤੇ ਇਹ ਕਾਰਨ ਵੀ ਜਿਹੜੇ ਸਾਹਮਣੇ ਆ ਰਹੇ ਨੇ ਵੱਧ ਕੇ। ਦੇਖੋ, ਇਹ ਨੋ ਡਾਊਟ ਵਨ ਆਫ ਦਾ ਮੇਜਰ ਰੀਜ਼ਨ ਹੈ, ਬਟ ਜਿੱਦਾਂ ਤੁਸੀਂ ਪੂਰੀ ਇਹ ਗੱਲ ਜਦੋਂ ਦੱਸ ਰਹੇ ਸੀ, ਤੇ ਤੁਸੀਂ ਖੁਦ ਹੀ ਇਸ ਚੀਜ਼ ਨੂੰ ਮੇਰੇ ਖਿਆਲ ਮਹਿਸੂਸ ਵੀ ਕੀਤਾ ਹੋਣਾ ਕਿ ਬੈਲੈਂਸ ਨਹੀਂ ਹੈ ਫਿਰ ਵੀ, ਠੀਕ ਹੈ ਨਾ। ਪਹਿਲਾਂ ਬਿਲਕੁਲ ਹੀ ਆਪਾਂ ਮਿਲਦੇ ਨਹੀਂ ਸੀਗੇ, ਆਪਾਂ ਅੱਖਾਂ ਬੰਦ ਕਰਕੇ ਕਰ ਲੈਂਦੇ ਸੀ। ਉਹ ਜਿਹੜੀਆਂ ਅਰੇਂਜ ਮੈਰਿਜਿਸ ਸੀ ਉਹਨਾਂ ਵਿੱਚ ਵੀ ਪ੍ਰੋਬਲਮਸ ਹੁੰਦੀਆਂ ਸੀ। ਹੁਣ ਅਸੀਂ ਬਹੁਤ ਜ਼ਿਆਦਾ ਇੰਪਲਸਿਵ ਹੋ ਗਏ, 1-2 ਦਿਨਾਂ ਦੇ ਵਿੱਚ ਅਸੀਂ ਡਿਸੀਜ਼ਨ ਲੈ ਲੈਂਦੇ ਹਾਂ, ਜਾਂ ਅਸੀਂ ਪੇਰੈਂਟਸ ਦੀ ਬਿਲਕੁਲ ਨਹੀਂ ਸੁਣ ਰਹੇ, ਫਿਰ ਆਪਾਂ ਦੂਜੇ ਪਾਸੇ ਚੱਲ ਪਏ, ਫਿਰ ਉਹ ਤੀਸਰਾ ਲਿਵ ਇਨ ਦਾ ਹੋ ਗਿਆ। ਇਹ ਸਾਰੀਆਂ ਚੀਜ਼ਾਂ 'ਚ ਅਸੀਂ ਅਗਰ ਦੇਖੀਏ ਤਾਂ ਅਸੀਂ ਸੁਸਾਇਟੀ ਦੇ ਵਿੱਚ ਇੱਕ ਬੈਲੈਂਸ ਨੂੰ ਖ਼ਤਮ ਕਰ ਦਿੱਤਾ। ਉਹ ਬੈਲੈਂਸ ਹੀ ਮੇਨ ਜ਼ਰੂਰੀ ਹੈ। ਮਤਲਬ ਜਿਹਨੂੰ ਆਪਾਂ ਕਹਿੰਦੇ ਨਾ ਕਿ ਜੋਸ਼ ਤੁਹਾਡੇ ਵਿੱਚ ਹੋਣਾ ਚਾਹੀਦਾ, ਲੇਕਿਨ ਜੋਸ਼ ਦੇ ਵਿੱਚ ਅਸੀਂ ਹੋਸ਼ ਨੂੰ ਨਾ ਖ਼ਤਮ ਕਰੀਏ। ਜਦੋਂ ਇਹ ਦੋਨਾਂ ਜੋਸ਼ ਔਰ ਹੋਸ਼ ਦਾ ਅਸੀਂ ਬੈਲੈਂਸ ਬਣਾ ਲਵਾਂਗੇ, ਤਾਂ ਫਿਰ ਕੋਈ ਹੋ ਹੀ ਨਹੀਂ ਸਕਦਾ ਡਿਸੀਜ਼ਨ ਜਿਹੜਾ ਹੈਗਾ ਉਹ ਗਲਤ ਹੋਵੇ। ਨੋ ਡਾਊਟ ਇਟ ਸ਼ੁੱਡ ਬੀ ਫੋਲੋਡ ਬੋਥ ਬਾਏ ਬॉयज़ ਐਂਡ ਗਰਲਸ। ਇਹ ਨਹੀਂ ਕਿ ਸਿਰਫ ਗਰਲਸ ਉਹਦੇ ਵਾਸਤੇ ਜ਼ਿੰਮੇਵਾਰ ਨੇ, ਸੁਸਾਇਟੀ ਦਾ ਹਰ ਵਿਅਕਤੀ ਜਿਹੜਾ ਉਹਦੇ ਵਾਸਤੇ ਜ਼ਿੰਮੇਵਾਰ ਹੈ। ਹਾਂ, ਲੇਡੀਜ਼ ਐਜ਼ ਯੂਜੂਅਲ ਦੇ ਸ਼ੁੱਡ ਟੇਕ ਮੋਰ ਰਿਸਪੋਂਸਿਬਿਲਿਟੀ ਦੈਨ ਅਦਰਸ। ਦਿਸ ਇਜ਼ ਵਾਟ ਆਈ ਫੀਲ। ਬਿਲਕੁਲ ਮੈਮ, ਅਗਰ ਗੱਲ ਕਰੀਏ ਕਿਉਂਕਿ ਹੁਣ ਜਿਹੜੇ ਆਪਾਂ ਇੰਨੇ ਇੱਕ ਵੈਸਟਰਨ ਕਲਚਰ ਦੇ ਅੰਦਰ ਜਾ ਚੁੱਕੇ ਹੈਗੇ ਹਾਂ, ਔਰ ਜਿਹੜੀ ਡਿਊਟੀਜ਼ ਨੇ ਉਹ ਵੀ ਸਾਡੀਆਂ ਹੁਣ ਹੋ ਗਈਆਂ ਨਾਈਟ ਸ਼ਿਫਟ ਸੇ ਬਹੁਤ ਕਾਫੀ ਸਾਲਾਂ ਤੋਂ ਨਾਈਟ ਸ਼ਿਫਟ ਵੀ ਸ਼ੁਰੂ ਹੋ ਗਈ ਹੈ। ਹੁਣ ਇਹਦੇ 'ਚ ਵੀ ਨਹੀਂ ਦੇਖਿਆ ਜਾਂਦਾ ਕਿ ਪਹਿਲਾਂ ਕਿਹਾ ਜਾਂਦਾ ਸੀ ਕੁੜੀਆਂ ਨੂੰ ਟਾਈਮ ਨਾਲ ਵਿਹਲੇ ਕਰ ਦਿਓ, ਉਹਨਾਂ ਨੇ ਘਰ ਜਾਣਾ ਹੈਗਾ, ਲੇਕਿਨ ਹੁਣ ਕੁੜੀਆਂ ਪ੍ਰੋਪਰ ਨਾਈਟ ਸ਼ਿਫਟ 'ਤੇ ਡਿਊਟੀਜ਼ ਕਰਦੀਆਂ ਨੇ। ਅਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਕੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ? ਦੇਖੋ, ਹਾਲੇ ਵੀ ਆਪਾਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਮਿਲ ਚੁੱਕਿਆ ਹੈ ਵਿਮਨ ਨੂੰ, ਹੁਣ ਤਾਂ ਜੀ ਪੂਰੀ ਆਜ਼ਾਦੀ ਹੈ, ਪੂਰਾ ਇਹ ਹੈ। ਲੇਕਿਨ ਫਿਰ ਵੀ ਅਗਰ ਅਸੀਂ ਹਾਲਾਤ ਦੇਖੀਏ ਤਾਂ ਹਾਲੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਪਲੇਸਿਸ ਹੈ ਜਿੱਥੇ ਵਿਮਨ ਆਰ ਨਾਟ ਸੇਫ। ਅਸੀਂ ਵਿਮਨ ਸੇਫਟੀ ਵਾਸਤੇ ਰੈਲੀਜ਼ ਕੱਢ ਲੈਂਦੇ ਹਾਂ, ਅਸੀਂ ਡੇਜ਼ ਮਨਾ ਲੈਂਦੇ ਹਾਂ, ਅਸੀਂ ਸਾਰਾ ਕੁਝ ਖਾਣਾ ਪੂਰਤੀਆਂ ਤਾਂ ਕਰ ਲੈਂਦੇ ਹਾਂ, ਲੇਕਿਨ ਪ੍ਰੈਕਟੀਕਲੀ ਅਗਰ ਅਸੀਂ ਦੇਖੀਏ ਤਾਂ ਹਾਲੇ ਵੀ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਐਗਜ਼ਿਸਟ ਕਰਦੀ ਹੈ। ਇੱਕ ਸਿੰਪਲ ਮਤਲਬ ਜਦੋਂ ਮੈਨੂੰ ਯਾਦ ਹੈ ਆਪਣੇ ਕਾਲਜ ਦੇ ਵਿੱਚ ਅਸੀਂ ਜਦੋਂ ਗੇਟਿੰਗ ਹੀ ਕਰਦੇ ਹਾਂ ਤਾਂ ਪੇਰੈਂਟਸ ਹੀ ਸਾਨੂੰ ਆ ਕੇ ਕਹਿੰਦੇ ਆ ਜੀ ਸਾਨੂੰ ਦੱਸ ਦਿਓ ਬੱਚਾ ਕਦੋਂ ਬਾਹਰ ਨਿਕਲਣਾ ਹੈ, ਬਾਹਰ ਸੇਫ ਨਹੀਂ ਹੈ ਜੀ, ਮੈਂ ਆ ਕੇ ਲੈ ਜਾਵਾਂਗਾ, ਮੈਂ ਛੱਡ ਜਾਵਾਂਗਾ। ਕੁਛ ਪਰਸੈਂਟੇਜ ਹਾਲੇ ਵੀ ਉਹ ਚੀਜ਼ਾਂ ਨਾਲ ਚੱਲਦੀ ਹੈ। ਉਹਦਾ ਕਾਰਨ ਇਹੀ ਹੈ ਕਿ ਸੁਸਾਇਟੀ ਦੇ ਵਿੱਚ ਉਹ ਜਿਹੜਾ ਸੇਫਟੀ ਹੋਣੀ ਚਾਹੀਦੀ ਸੀਗੀ ਉਹ ਹਾਲੇ ਪੂਰੀ ਤਰ੍ਹਾਂ ਨਹੀਂ ਹੈ। ਲਾਅ ਐਂਡ ਆਰਡਰ ਦੇ ਵਿੱਚ ਮੈਂ ਇਹ ਤਾਂ ਨਹੀਂ ਕਹੂੰਗੀ ਕਿ ਕੋਈ ਕਮੀ ਰਹੀ ਹੈ, ਲੇਕਿਨ ਹਾਂ ਉਹ ਉਸ ਲੈਵਲ ਤੱਕ ਆਪਾਂ ਨੂੰ ਲਿਆਉਣਾ ਪਏਗਾ ਜਿਹਦੇ ਵਿੱਚ ਇੱਕ ਲੇਡੀ ਜਿਹੜੀ ਹੈ, ਸਪੈਸ਼ਲੀ ਯੰਗ ਗਰਲ ਜਿਹੜੀ ਹੈਗੀ ਆਪਣੇ ਆਪ ਨੂੰ ਸੇਫ ਫੀਲ ਕਰੇ। ਸੈਕੰਡਲੀ, ਕੌਨਫੀਡੈਂਸ ਵੀ ਜ਼ਰੂਰ ਤੁਹਾਡੇ ਵਿੱਚ ਹੋਣਾ ਚਾਹੀਦਾ, ਬਿਕੋਜ਼ ਅਗਰ ਕੌਨਫੀਡੈਂਸ ਦੇ ਨਾਲ ਅਸੀਂ ਚੱਲੀਏ ਤਾਂ ਕਈ ਪ੍ਰੋਬਲਮਸ ਨਾ ਸਾਨੂੰ ਦੂਰੋਂ ਦੇਖਣ ਨੂੰ ਪ੍ਰੋਬਲਮਸ ਲੱਗ ਰਹੀਆਂ ਹੁੰਦੀਆਂ, ਪਰ ਜਦੋਂ ਤੱਕ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਤਾਂ ਲੱਗਦਾ ਕਿ ਪ੍ਰੋਬਲਮ ਦੇ ਵਿੱਚ ਹੀ ਸੋਲਿਊਸ਼ਨ ਪਾਇਆ ਹੋਇਆ। ਅਤੇ ਇਹਨਾਂ ਚੀਜ਼ਾਂ ਦਾ ਸੋਲਿਊਸ਼ਨ ਵੀ ਅਸੀਂ ਆਪਣੇ ਲੈਵਲ 'ਤੇ ਲੱਭ ਸਕਦੇ ਹਾਂ, ਬਟ ਹਾਂ ਵਿਮਨ ਸੇਫਟੀ ਵਾਸਤੇ ਹਾਲੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਔਰ ਹੋਣਾ ਵੀ ਚਾਹੀਦਾ, ਸਰਕਾਰ ਵੱਲੋਂ ਵੀ ਅਤੇ ਇੰਡੀਵਿਜੂਅਲ ਲੈਵਲ 'ਤੇ ਵੀ। ਜਿੱਦਾਂ ਤੁਸੀਂ ਸਮਾਜ ਦਾ ਕੁਝ ਪਰਸੈਂਟ ਦੀ ਗੱਲ ਕੀਤੀ, ਅਤੇ ਮੈਂ ਉਹੀ ਕੁਝ ਪਰਸੈਂਟਸ ਨੂੰ ਅੱਗੇ ਲੈ ਕੇ ਜਾਵਾਂਗਾ ਕਿ ਸਮਾਜ ਵਿੱਚ ਹਾਲੇ ਵੀ ਕੁਝ ਪਰਸੈਂਟਸ ਲੋਕ ਇੱਦਾਂ ਦੇ ਨੇ ਜਿਹੜੇ ਕਿ ਆਪਣੀ ਕੁੜੀਆਂ ਨੂੰ ਕੋਈ ਵੀ ਐਕਟੀਵਿਟੀ ਨਹੀਂ ਕਰਨ ਦਿੰਦੇ, ਜੋ ਵੀ ਉਹਨਾਂ ਨੂੰ ਸ਼ੌਂਕ ਹੈਗਾ ਵਾ, ਜੋ ਵੀ ਟੈਲੈਂਟ ਉਹ ਆਪਣਾ ਨਿਖਾਰਨਾ ਚਾਹੁੰਦੀਆਂ ਨੇ ਜਾਂ ਕੁਝ ਵੀ ਪਾਣਾ ਲਾਉਣਾ ਚਾਹੁੰਦੀਆਂ ਨੇ ਜਾਂ ਕਿਤੇ ਘੁੰਮਣਾ ਚਾਹੁੰਦੀਆਂ, ਤਾਂ ਅਕਸਰ ਉਹਨਾਂ ਦਾ ਇਹ ਕਹਿਣਾ ਹੁੰਦਾ ਵਾ ਕਿ ਸ਼ਾਮ ਨੂੰ 5 ਵਜੇ ਤੱਕ ਤੁਸੀਂ ਘਰ ਆ ਜਾਓ, ਕਿੱਥੇ ਜਾਣਾ ਨਹੀਂ। ਜੋ ਤੁਸੀਂ ਕੋਈ ਵੀ ਐਕਟੀਵਿਟੀ ਕਰਨਾ ਚਾਹੁੰਦੇ, ਜੋ ਤੁਹਾਡੇ ਸ਼ੌਂਕ ਨੇ ਉਹ ਤੁਸੀਂ ਆਪਣੇ ਘਰ ਜਾਓਗੇ ਜਦੋਂ ਵਿਆਹ ਤੋਂ ਬਾਅਦ, ਉੱਥੇ ਪੂਰੇ ਕਰ ਲਿਓ।
ਦੇਖੋ ਇੱਕ ਬੜੀ ਮਤਲਬ ਨਾ ਕੜਵੀ ਸੱਚਾਈ ਹੈ ਕਿ ਹਾਲੇ ਵੀ ਜਦੋਂ ਇੱਕ ਲੜਕੀ ਪੈਦਾ ਹੁੰਦੀ ਹੈ ਤਾਂ ਉਹਨੂੰ ਇੱਕ ਡਿਫਰੈਂਟ ਟਾਈਪ ਦਾ ਐਟਮੋਸਫੇਅਰ ਦਿੱਤਾ ਜਾਂਦਾ ਹੈ, ਇੱਕ ਮੁੰਡੇ ਨੂੰ ਡਿਫਰੈਂਟ ਦਿੱਤਾ ਜਾਂਦਾ ਹੈ। ਹਾਂ, ਇਹ ਡਿਫਰੈਂਸ ਵਾਲਾ ਜਿਹੜਾ ਪਰਸੈਂਟੇਜ ਹੈ ਉਹ ਜ਼ਰੂਰ ਘਟ ਗਈ ਹੈ। ਜ਼ਿਆਦਾਤਰ ਘਰਾਂ ਦੇ ਵਿੱਚ ਇੱਦਾਂ ਨਹੀਂ ਹੁੰਦਾ, ਲੇਕਿਨ ਹਾਲੇ ਵੀ ਕਾਫੀ ਇੱਦਾਂ ਦੇ ਘਰ ਹੈ ਜਿਨ੍ਹਾਂ ਵਿੱਚ ਇੱਦਾਂ ਹੁੰਦਾ ਹੈ ਅਤੇ ਉਹ ਬੱਚੇ ਦੇ ਨਾ ਮਾਈਂਡ ਵਿੱਚ ਇੱਕ ਚਲੇ ਜਾਂਦੇ। ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਇੱਕ ਗੱਲ ਸੁਣਾਉਂਦੀ ਹਾਂ। ਮੈਂ ਇੰਗਲਿਸ਼ ਲਿਟਰੇਚਰ ਪੜ੍ਹਾਉਂਦੀ ਹਾਂ, ਚਲੋ ਮੈਂ ਸਟੂਡੈਂਟ ਵੀ ਹਾਂ ਇੰਗਲਿਸ਼ ਲਿਟਰੇਚਰ ਦੀ, ਅਤੇ ਬੱਚੀ ਮੇਰੇ ਕੋਲ ਆਈ, ਮੈਂ ਕਿਹਾ ਬੇਟਾ ਇਲੈਕਟਿਵ ਇੰਗਲਿਸ਼ ਲੈ ਲਓ। ਹਾਂਜੀ ਮੈਡਮ, ਮੈਂ ਇਲੈਕਟਿਵ ਇੰਗਲਿਸ਼ ਪੜ੍ਹਨੀ ਹੈ, ਮੈਂ ਇੰਗਲਿਸ਼ ਆਨਰਸ ਵੀ ਕਰਨੇ ਹੈ। ਆਈ ਵਾਜ਼ ਵੈਰੀ ਹੈਪੀ ਦੈਟ ਦੇयर ਆਰ ਸਰਟਨ ਪੀਪਲ ਹੂ ਐਕਚੁਅਲੀ ਆਪਟ ਫॉर ਦਿਸ ਥਿੰਗ। ਮੈਂ ਕਿਹਾ ਅੱਛਾ ਬੇਟਾ ਕਿਉਂ ਕਰਨਾ ਚਾਹੁੰਦੇ ਹੋ, ਤੁਹਾਡਾ ਇੰਟਰਸਟ ਹੈ? ਨਹੀਂ ਮੈਡਮ, ਉਹ ਪਾਪਾ ਕਹਿ ਰਹੇ ਸੀਗੇ ਕਿ ਤੂੰ ਇੰਗਲਿਸ਼ ਵਾਲਾ ਕਰ ਲੇਂਗੀ ਨਾ ਅਤੇ ਤੇਰਾ ਵਿਆਹ ਚੰਗੇ ਘਰੇ ਹੋ ਜਾਊਗਾ। ਤਾਂ ਮਤਲਬ ਇੱਕ ਨਾ ਅਸੀਂ ਬੱਚੇ ਨੂੰ ਇੱਕ ਉਹ ਦੇ ਕੇ ਭੇਜਦੇ ਹਾਂ ਵੀ ਅਲਟੀਮੇਟ ਰਿਐਲਿਟੀ ਇਜ਼ ਗੈਟਿੰਗ ਮੈਰਿਡ ਟੂ ਅ ਵੈਰੀ ਨਾਈਸ ਫੈਮਿਲੀ। ਤਾਂ ਜਦੋਂ ਆਪਾਂ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਚੱਲਦੇ ਹਾਂ ਤਾਂ ਬੱਚਿਆਂ ਦਾ ਪਿੱਛੇ ਹੋਣਾ, ਆਈ ਅੰਡਰਸਟੈਂਡ ਕਿ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ ਰੁਝਾਨ ਹੈ, ਪਰ ਫਿਰ ਗੱਲ ਉੱਥੇ ਆਉਂਦੀ ਹੈ ਕਿ ਕੁੜੀਆਂ ਨੂੰ ਹੀ ਆਪਣੀ ਸੋਚ ਬਦਲਣੀ ਹੈ ਔਰ ਉਹ ਸੋਚ ਤਾਂ ਬਦਲੇਗੀ ਜੇ ਸੁਸਾਇਟੀ ਆਪਣੀ ਸੋਚ ਬਦਲੇਗੀ। ਠੀਕ ਹੈ। ਸੋ ਮੈਮ ਹੁਣ ਤੁਹਾਡੀ ਲਾਈਫ ਦੇ ਉੱਪਰ ਆਉਂਦੇ ਹਾਂ, ਤੁਹਾਡੀ ਪ੍ਰੋਫਾਈਲ ਦੇ ਉੱਪਰ ਆਉਂਦੇ ਹਾਂ। ਤੁਸੀਂ ਪੈਦਾ ਕਿੱਥੇ ਹੋਏ, ਤੁਸੀਂ ਆਪਣੀ ਸਕੂਲਿੰਗ ਕਿੱਥੇ ਕੀਤੀ ਔਰ ਕਾਲਜ ਕਿੱਥੋਂ ਕੰਪਲੀਟ ਕੀਤਾ? ਆਈ ਬਿਲੋਂਗ ਟੂ ਜਲੰਧਰ। ਪੇਕੇ ਮੇਰੇ ਜਲੰਧਰ ਨੇ, ਲੁਧਿਆਣੇ ਸਹੁਰੇ ਨੇ। ਮੈਂ ਅੱਜ ਤੋਂ ਮਤਲਬ ਏਜ ਦੱਸਣੀ ਵੀ ਜ਼ਰੂਰੀ ਲੱਗੇਗੀ ਮੈਨੂੰ ਲੱਗਦਾ। ਨਹੀਂ, ਆਈ ਐਮ 53 ਈਅਰਸ ਓਲਡ ਅਤੇ 53 ਈਅਰਸ ਬੈਕ ਜਲੰਧਰ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ। ਮੇਰੇ ਬ੍ਰਦਰ ਇੱਥੇ ਆਰਿਆ ਕਾਲਜ 'ਚ ਸੀਗੇ ਔਰ ਮੇਰੀਆਂ sisters or brothers, we are a family of lecturers actually. Mere jija jis and all, everybody has been working as principals and as associate professors in different colleges. DAV ਜਲੰਧਰ ਦੇ ਵਿੱਚ ਵਾਈਸ ਪ੍ਰਿੰਸੀਪਲ ਰਹੇ ਨੇ ਮੇਰੇ ਜੀਜਾ ਜੀ, ਅਤੇ ਮੇਰੇ ਫਾਦਰ ਆਪਣਾ ਅਕਾਊਂਟਸ ਦੇ ਵਿੱਚ ਉਹਨਾਂ ਦਾ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਜੌਬ ਕੀਤੀ। ਮਾਈ ਮਦਰ ਵਾਜ਼ ਅ ਵੈਰੀ ਵੈਰੀ ਸੇ ਉਸ ਟਾਈਮ ਦੇ ਅਸੀਂ ਅਗਰ ਕਹੀਏ ਤਾਂ ਐਮਪਾਵਰਡ ਲੇਡੀ। ਹਾਲਾਂਕਿ ਉਹ ਕੋਈ ਜੌਬ ਨਹੀਂ ਸੀ ਕਰਦੇ, ਬਹੁਤ ਹੀ ਸਿੰਪਲ ਸੀਗੇ, ਬੜੀ ਉਹਨਾਂ ਦੀ ਭਗਤੀ ਦੇ ਵਿੱਚ ਹਮੇਸ਼ਾ ਰਹਿੰਦੇ ਸੀਗੇ। ਬਟ ਉਹਨਾਂ ਨੇ ਇੱਕ ਸਿੱਖਿਆ ਸਾਨੂੰ ਸਾਰੀਆਂ ਭੈਣਾਂ ਨੂੰ ਦਿੱਤੀ ਸੀਗੀ ਕਿ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਜ਼ਰੂਰ ਖੜ੍ਹੇ ਹੋਣਾ ਹੈ। ਇਹ ਸਿਰਫ ਉਹਨਾਂ ਦੀ ਇਸ ਸਿੱਖਿਆ ਦੇ ਬਦੌਲਤ ਹੀ ਹੈ ਕਿ ਅਸੀਂ ਸਾਰੀਆਂ ਭੈਣਾਂ ਨੇ ਕੁਛ ਨਾ ਕੁਛ ਅਸੀਂ ਕਰ ਰਹੇ ਹਾਂ। ਔਰ ਜਦੋਂ ਮੈਂ ਵਿਆਹ ਕੇ ਇੱਥੇ ਲੁਧਿਆਣੇ ਆਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਸਾਥ ਮਿਲਿਆ ਮੈਨੂੰ ਆਪਣੇ ਫਾਦਰ ਇਨ ਲਾਅ ਐਂਡ ਮਦਰ ਇਨ ਲਾਅ ਦਾ। ਮੇਰੇ ਮਦਰ ਇਨ ਲਾਅ ਹੋਰ ਵੀ ਜ਼ਿਆਦਾ ਬਹੁਤ ਐਮਪਾਵਰਡ ਵਿਮਨ ਵਿੱਚੋਂ ਮੰਨੇ ਜਾਂਦੇ ਸੀਗੇ, ਬਿਕੋਜ਼ ਸ਼ੀ ਆਲਵੇਜ਼ ਸੈਡ ਕਿ ਇਨਜਸਟਿਸ ਨੂੰ ਕਦੀ ਬਰਦਾਸ਼ਤ ਨਹੀਂ ਕਰਨਾ। ਔਰ ਮੈਨੂੰ ਕਦੀ ਇਸ ਤਰ੍ਹਾਂ ਦਾ ਫੀਲ ਹੀ ਨਹੀਂ ਆਇਆ ਕਿ ਮੈਂ ਕੋਈ ਸਹੁਰੇ ਘਰੇ ਆ ਗਈ ਹਾਂ, ਬਲਕਿ 3 ਭੈਣਾਂ ਮੇਰੀਆਂ ਉੱਧਰ ਸੀਗੀਆਂ, 3 ਨਨਾਣਾਂ ਜਿਹੜੀਆਂ ਸੀਗੀਆਂ ਉਹ ਮਤਲਬ ਭੈਣਾਂ ਦੇ ਵਿੱਚ ਤਬਦੀਲ ਹੋ ਗਈਆਂ। ਔਰ ਮੈਨੂੰ ਹਮੇਸ਼ਾ ਹੁਣ ਵੀ ਇਹੀ ਲੱਗਦਾ ਹੈਗਾ ਹੈ ਕਿ ਮੇਰੇ ਬੇਟੇ ਨੇ, ਅਤੇ ਉਹ ਵੀ ਜਦੋਂ ਨੂੰਹਾਂ ਆਉਣਗੀਆਂ ਘਰੇ ਤਾਂ ਮੈਨੂੰ ਲੱਗਦਾ ਹੈ ਕਿ ਬੇਟੀਆਂ ਮੈਨੂੰ ਉਸ ਵੇਲੇ ਮੇਰੇ ਕੋਲ ਪਹੁੰਚਣਗੀਆਂ ਔਰ ਉਸ ਦਿਨ ਦੀ ਇੰਤਜ਼ਾਰ 'ਚ ਹਾਂ ਮੈਂ। ਔਰ ਹਸਬੈਂਡ ਵੱਲੋਂ ਜਿੰਨਾ ਸਾਥ ਇੱਕ ਲੇਡੀ ਐਕਸਪੈਕਟ ਕਰ ਸਕਦੀ ਹੈ, ਮੈਨੂੰ ਲੱਗਦਾ ਹੈ ਕਿ ਸ਼ਾਇਦ ਚੌਗਣਾ ਮੈਨੂੰ ਮਿਲਿਆ ਔਰ ਮਿਲ ਰਿਹਾ। ਰੱਬ ਤੋਂ ਹੀ ਦੁਆ ਹੈ ਕਿ ਫੈਮਿਲੀ ਇਸੇ ਤਰ੍ਹਾਂ ਅੱਗੇ ਵੱਧਦੀ ਰਹੇ ਔਰ ਅਸੀਂ ਸਾਰੇ ਸੁਸਾਇਟੀ ਵਾਸਤੇ ਕੁਛ ਨਾ ਕੁਛ ਜ਼ਰੂਰ ਕਰਦੇ ਰਹੀਏ। ਸੁਸਾਇਟੀ ਵਾਸਤੇ ਕਰਨ ਵਾਸਤੇ ਜ਼ਰੂਰੀ ਨਹੀਂ ਹੁੰਦਾ, ਮੈਨੂੰ ਲੱਗਦਾ ਹੈ ਕਿ ਅਸੀਂ ਜਾ ਕੇ ਕੋਈ ਰੈਲੀ ਕਰੀਏ ਜਾਂ ਸਾਹਮਣੇ ਖੜ੍ਹੇ ਹੋਈਏ ਜਾਂ ਕੁਛ ਕਰੀਏ। ਆਪਣੀ ਜੇ ਸੀਟ 'ਤੇ ਬਹਿ ਕੇ ਅਸੀਂ ਸਿੰਸੈਰਿਟੀ ਨਾਲ ਆਪਣਾ ਕੰਮ ਕਰ ਰਹੇ ਹਾਂ ਤਾਂ ਉਹ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ। ਐਂਡ ਆਈ ਵੁੱਡ ਲਾਈਕ ਟੂ ਸੇ ਦੈਟ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਾਨਾ ਦੀ ਕਿਰਪਾ ਨਾਲ ਆਈ ਹੈਵ ਅ ਬਲੈਸਡ ਫੈਮਿਲੀ। ਬਿਲਕੁਲ। ਗੱਲ ਕਰੀਏ ਕਾਲਜ ਦੀ, ਅਤੇ ਕਾਲਜ ਦੇ ਵਿੱਚ ਬਹੁਤ ਸਾਰੇ ਯੂਥ ਫੈਸਟੀਵਲਸ ਹੁੰਦੇ ਨੇ ਹੈ ਨਾ, ਅਤੇ ਤੁਸੀਂ ਕੀ ਐਕਟੀਵਿਟੀ ਲੈਂਦੇ ਹੁੰਦੇ ਸੀ ਉਸ ਟਾਈਮ ਦੇ ਵਿੱਚ? ਯੂਥ ਫੈਸਟੀਵਲ ਮੈਂ ਖੁਦ ਬਹੁਤ ਵਾਰੀ ਪਾਰਟੀਸਪੇਟ ਕੀਤਾ ਹੈ। ਰਾਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਂ 3 ਸਾਲ ਲਗਾਤਾਰ ਬੈਸਟ ਡਿਬੇਟਰ ਡਿਕਲੇਅਰ ਹੋਈ ਸੀ। ਯੂਨੀਵਰਸਿਟੀ ਕਲਰ ਮੇਰੇ ਕੋਲ ਸੀਗਾ, ਜ਼ਿਆਦਾਤਰ ਮੈਂ ਉਹਦੇ ਵਿੱਚ ਪਾਰਟੀਸਪੇਟ ਕਰਦੀ ਸੀ। ਮੇਰਾ ਨਾਟਕ ਦੇ ਵਿੱਚ ਬਹੁਤ ਰੁਝਾਨ ਰਿਹਾ। ਜਦੋਂ ਮੈਂ KMV ਕਾਲਜ ਦੇ ਵਿੱਚ ਟੀਚ ਕਰਨਾ ਸ਼ੁਰੂ ਕੀਤਾ ਤਾਂ ਮੈਂ ਪਲੇ ਡਾਇਰੈਕਟ ਕੀਤਾ ਜਿਹੜਾ ਯੂਥ ਫੈਸਟੀਵਲ ਦੇ ਵਿੱਚ ਫਸਟ ਆਇਆ ਸੀਗਾ। ਅਤੇ ਹੁਣ ਵੀ ਆਪਣੇ ਆਰਿਆ ਕਾਲਜ ਲੁਧਿਆਣੇ ਦੇ ਵਿੱਚ ਵੀ ਮੈਂ ਲਗਭਗ 20 ਤੋਂ 24 ਸਾਲ ਮੈਂ ਡੀਨ ਕੋ ਕਰਿਕੂਲਰ ਐਕਟੀਵਿਟੀਜ਼ ਰਹੀ ਹਾਂ। ਔਰ ਇੱਥੇ ਬੱਚਿਆਂ ਨੂੰ ਜਦੋਂ ਬਡਿੰਗ ਆਰਟਿਸਟ ਨੂੰ ਦੇਖੋ ਨਾ ਤਾਂ ਮਜ਼ਾ ਆ ਜਾਂਦਾ ਇੱਕ ਵਾਰੀ ਕਿ ਯੈਸ ਦਿਸ ਇਜ਼ ਵਾਟ ਲਾਈਫ ਇਜ਼। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਯੰਗ ਰਹਿਣਾ ਹੈ
ਤਾਂ ਯੰਗਸਟਰਸ ਦੇ ਨਾਲ ਇਸੇ ਤਰ੍ਹਾਂ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੈਟ ਇਜ਼ ਦੇਅਰ। ਉਹਨਾਂ ਅਗਰ ਗੱਲ ਕਰੀਏ ਤੁਹਾਡੀ ਹੌਬੀਜ਼ ਦੀ, ਤੁਹਾਡੀ ਹੌਬੀਜ਼ ਕੀ ਹੈ? ਮੈਨੂੰ ਇਨਫੈਕਟ ਪੜ੍ਹਨਾ ਨੋ ਡਾਊਟ ਬਹੁਤ ਅੱਛਾ ਲੱਗਦਾ ਹੈ, ਇਸ ਕਰਕੇ ਵੀ ਕਿਉਂਕਿ ਮੈਂ ਲਿਟਰੇਚਰ ਦੀ ਸਟੂਡੈਂਟ ਹਾਂ। ਬਟ ਮੈਨੂੰ ਕੁਛ ਵੀ ਕ੍ਰੀਏਟਿਵ ਕੰਮ ਕਰਨਾ, ਠੀਕ ਹੈ, ਉਹ ਕਿਸੇ ਵੀ ਫੀਲਡ ਵਿੱਚ ਹੋਵੇ, ਉਹ ਨਿਟਿੰਗ ਸਟਿਚਿੰਗ ਵੀ ਹੋ ਸਕਦਾ ਹੈ, ਉਹ ਰਾਈਟਿੰਗ ਵੀ ਹੋ ਸਕਦਾ ਹੈ, ਉਹ ਕੁਛ ਡਰੈਸ ਡਿਜ਼ਾਈਨਿੰਗ ਵੀ ਹੋ ਸਕਦੀ ਹੈ। ਮੈਨੂੰ ਕੁਛ ਵੀ ਕ੍ਰੀਏਟਿਵਿਟੀ ਕਰਨਾ ਜਿਹੜਾ ਨਾ, ਕੁਛ ਨया ਇਨੋਵੇਟਿਵ ਕਰਨਾ। ਔਰ ਮੇਰੀ ਨੈਕ ਸਾਡੀ ਪਿਛਲੇ 2 ਸਾਲ ਤੋਂ ਕਾਲਜ ਦੇ ਬਹੁਤ ਸਾਲਾਂ ਤੋਂ ਡਿਊ ਸੀ, ਪਰ ਪਿਛਲੇ ਸਾਲ ਜਦੋਂ ਅਸੀਂ ਕਰਵਾਈ ਤਾਂ ਉਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਪੂਰੀ ਟੀਮ ਨੇ ਮੇਰੇ ਨਾਲ ਇਨੋਵੇਟਿਵ ਆਈਡੀਆਜ਼ ਦੇ ਨਾਲ ਕੰਮ ਕੀਤਾ। ਐਂਡ ਦੈਟ ਇਜ਼ ਵਾਈ ਆਰਿਆ ਕਾਲਜ ਵਾਸ ਗ੍ਰੇਡਡ ਵਿਦ A ਗ੍ਰੇਡ ਬਾਈ NAC। ਅਤੇ ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਕੁਛ ਨਵਾਂ ਕਰੋ, ਕੁਛ ਕ੍ਰੀਏਟਿਵ ਕਰੋ, ਕੁਛ ਪੋਜ਼ੀਟਿਵ ਕਰੋ, ਦੈਟ ਇਜ਼। ਔਰ ਹੁਣ ਤੱਕ ਮੈਂ ਕਾਮਯਾਬ ਹੋਈ ਹਾਂ, ਰੱਬ ਦੀ ਦਇਆ ਨਾਲ ਅੱਗੇ ਵੀ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ। ਮੈਮ ਅਗਰ ਗੱਲ ਕਰੀਏ ਕੋਵਿਡ ਦੇ ਸਮੇਂ ਦੀ, ਤੇ ਤੁਹਾਡੇ 2 ਸਾਲ ਕਿੱਦਾਂ ਦੇ ਬੀਤੇ, ਕੀ ਐਕਟੀਵਿਟੀਜ਼ ਕੀਤੀ ਇਹਨਾਂ ਦਿਨਾਂ ਦੇ ਵਿੱਚ? ਦੇਖੋ, ਕੋਵਿਡ ਦੇ ਵਿੱਚ ਨਾ ਸਾਡੇ ਸਾਰੇ ਫਰੈਂਡਸ, ਔਰ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਸ਼ਾਇਦ ਭਾਰਤ ਦੇ ਵਿੱਚ ਤਾਂ ਮੈਦਾ ਖਤਮ ਹੋ ਗਿਆ ਸੀਗਾ, ਕਿਉਂਕਿ ਇੰਨੇ ਕਿ ਜ਼ਿਆਦਾ ਕੁਕਿੰਗ ਔਰ ਉਹ ਸਾਰਾ ਕੁਝ ਸ਼ੁਰੂ ਹੋਇਆ। ਬਟ ਸਮਹਾਉ ਮੈਂ ਕੁਝ ਡਿਫਰੈਂਟ ਕੀਤਾ। ਮੈਂ ਕਿਸ ਤਰ੍ਹਾਂ ਡਿਫਰੈਂਟ ਕੀਤਾ? ਮੈਂ ਆਪਣੀ ਬੱਚੀਆਂ ਦੇ ਨਾਲ ਜੁੜੀ ਹੋਈ ਸੀਗੀ। ਮੈਨੂੰ ਯਾਦ ਹੈ ਮਾਰਚ ਅਪ੍ਰੈਲ ਦੇ ਮਹੀਨੇ ਸਾਡਾ ਲੋਕਡਾਊਨ ਲੱਗਿਆ ਸੀ, ਅਤੇ ਪਹਿਲੀ ਐਕਟੀਵਿਟੀ ਅਸੀਂ ਕੀ ਕੀਤੀ ਸੀਗੀ ਕਿ ਜਿਹੜੀਆਂ ਮੇਰੀ ਕਾਲਜ ਦੀਆਂ ਸੀਗੀਆਂ ਕੁੜੀਆਂ, ਜਿਨ੍ਹਾਂ ਨੂੰ ਅਸੀਂ ਕੰਜਕ ਦੇ ਰੂਪ ਦੇ ਵਿੱਚ ਪੂਜਦੇ ਸੀਗੇ, ਅਸੀਂ ਸਾਰਿਆਂ ਨੂੰ ਇਹ ਮੈਸੇਜ ਦਿੱਤਾ। ਔਰ ਕੁੜੀਆਂ ਨੇ ਇਸ ਗੱਲ ਨੂੰ ਮਹਿਸੂਸ ਵੀ ਕੀਤਾ ਕਿ ਹੁਣ ਕੰਜਕ ਬਣ ਕੇ ਅਸੀਂ ਕੰਜਕਾਂ ਲੈਣੀਆਂ ਨੇ, ਹੁਣ ਅਸੀਂ ਕੰਜਕਾਂ ਵੰਡਣੀਆਂ ਨੇ। ਅਤੇ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਕਿ ਜਿਹਦੇ ਵਿੱਚ ਅਸੀਂ ਲੰਗਰ ਤਿਆਰ ਕਰਦੇ ਸੀਗੇ, ਔਰ ਉਸ ਲੰਗਰ ਨੂੰ ਅਸੀਂ ਉਹਨਾਂ ਘਰਾਂ ਤੱਕ ਪਹੁੰਚਾਉਂਦੇ ਸੀ ਜਿੱਥੇ ਉਸ ਚੀਜ਼ ਦੀ ਜ਼ਰੂਰਤ ਸੀ। ਮੈਂ ਇਸ ਕੰਮ ਦੇ ਵਿੱਚ ਕਾਫੀ ਜ਼ਿਆਦਾ ਰੁੱਝੀ ਰਹੀ। ਇਸ ਤੋਂ ਇਲਾਵਾ ਮੇਰਾ PhD ਦਾ ਕੰਮ ਚੱਲ ਰਿਹਾ ਸੀਗਾ, ਮੈਂ ਉਹਦੇ 'ਤੇ ਟਾਈਮ ਦਿੱਤਾ। ਅਸੀਂ ਬਹੁਤ ਸਾਰੇ ਇਹੋ ਜਿਹੇ ਅਵੇਅਰਨੈਸ ਵੈਬੀਨਾਰ ਕੀਤੇ ਜਿਹੜੇ ਸੁਸਾਇਟੀ ਲਈ ਉਸ ਵੇਲੇ ਬਹੁਤ ਜ਼ਰੂਰੀ ਸੀ। ਔਰ ਮੇਨ ਸੀਗਾ ਹਾਊ ਟੂ ਮੇਕ ਆਰ ਸਟੂਡੈਂਟ ਸਟ੍ਰੈਸ ਫਰੀ, ਕਿਉਂਕਿ ਘਰਾਂ ਦੇ ਵਿੱਚ ਵੀ ਸਟ੍ਰੈਸ ਸੀ, ਹਰ ਜਗ੍ਹਾ ਇੱਕ ਇਹੋ ਜਿਹਾ ਡਰ। ਉਸ ਸਹਿਮ ਨੂੰ, ਉਸ ਡਰ ਨੂੰ ਖਤਮ ਕਰਨ ਵਾਸਤੇ ਬਹੁਤ ਸਾਰੀਆਂ ਐਕਟੀਵਿਟੀਜ਼ ਕੀਤੀਆਂ। ਰਾਦਰ ਕਈ ਵਾਰੀ ਤਾਂ ਇਹ ਲੱਗਦਾ ਸੀ ਕਿ ਇਹ ਸਮਾਂ ਬਹੁਤ ਵਧੀਆ ਹੈ ਜਦੋਂ ਅਸੀਂ ਪਰਿਵਾਰ ਨਾਲ ਵੀ ਬੈਠ ਰਹੇ ਹਾਂ, ਅਸੀਂ ਕਾਲਜ ਦਾ ਕੰਮ ਵੀ ਕਰ ਰਹੇ ਹਾਂ, ਮਤਲਬ ਘਰ ਔਰ ਬਾਹਰ ਨਾ ਇੱਕ ਜਗ੍ਹਾ ਇਕੱਠਾ ਹੋ ਗਿਆ ਸੀਗਾ। ਅਤੇ ਮੇਰਾ ਇਹ ਸਮਾਂ ਬਹੁਤ ਵਧੀਆ ਬੀਤਿਆ। ਹਾਂ, ਕੁਝ ਬੜੇ ਆਪਣਿਆਂ ਨੂੰ ਅਸੀਂ ਤੋਂ ਦੂਰ ਵੀ ਹੋਏ, ਉਹ ਸਾਨੂੰ ਛੱਡ ਕੇ ਚਲੇ ਗਏ, ਉਹਦੇ ਲਈ ਦੁੱਖ ਜ਼ਰੂਰ ਹੈ। ਪਰ ਇੱਕ ਮੁਸ਼ਕਿਲ ਘੜੀ ਨੂੰ ਅਸੀਂ ਸਾਰਿਆਂ ਨੇ, ਸਪੈਸ਼ਲੀ ਕਾਲਜ ਲੈਵਲ 'ਤੇ ਵੀ ਅਤੇ ਘਰ ਦੇ ਲੈਵਲ 'ਤੇ ਵੀ, ਅਸੀਂ ਮਿਲ ਕੇ ਪਾਰ ਕੀਤਾ। ਇਸ ਗੱਲ ਦੀ ਬਹੁਤ ਖੁਸ਼ੀ ਹੈ। ਦੈਟ ਇਜ਼ ਦੇਅਰ। ਅਗਰ ਕਾਲਜ ਦੀ ਗੱਲ ਕਰੀਏ ਤਾਂ ਕਾਲਜ ਦਾ ਸਮਾਜ ਪ੍ਰਤੀ ਕੀ ਯੋਗਦਾਨ ਰਹਿੰਦਾ ਹੈ ਸੋਸ਼ਲੀ? ਦੇਖੋ ਜੀ, ਕਾਲਜ ਤਾਂ ਹੈ ਹੀ ਇੱਕ ਇਹੋ ਜਿਹੀ ਚੀਜ਼ ਜਿਹੜੀ ਸਮਾਜ ਨਾਲ ਹੀ ਜੁੜੀ ਹੋਈ ਹੈ। ਜੇ ਹੁਣ ਇਹ ਕਾਲਜ, ਆਰਿਆ ਕਾਲਜ ਅਸੀਂ ਲਈਏ ਤਾਂ ਆਰੀਅਨ ਪ੍ਰਤੀਨਿਧੀ ਸਭਾ ਪੰਜਾਬ ਦੇ ਅੰਡਰ ਇਹ ਆਉਂਦਾ, ਅਤੇ ਇੱਥੋਂ ਕਦੀ ਵੀ ਅਸੀਂ ਕੋਈ ਪ੍ਰੋਫਿਟ ਵਾਲਾ ਕੰਮ ਨਹੀਂ ਕੀਤਾ ਕਿ ਹਾਂਜੀ ਜੀ ਮੈਨੇਜਮੈਂਟ ਨੂੰ ਕੋਈ ਪ੍ਰੋਫਿਟ ਚਾਹੀਦਾ। ਰਾਦਰ ਸਮਾਜ ਦੇ ਪ੍ਰਤੀ ਆਪਣਾ ਅਸੀਂ ਦਾਇਿਤਵ ਨਿਭਾਉਂਦੇ ਹੋਏ ਹੀ ਬੱਚਿਆਂ ਨੂੰ ਜੋ ਕੰਸੈਸ਼ਨਸ, ਜੋ ਕੰਮ ਕਰ ਸਕਦੇ ਹਾਂ, ਉਹਦੇ ਤੋਂ ਜ਼ਿਆਦਾ ਵੱਧ ਚੜ੍ਹ ਕੇ ਕੀਤਾ ਜਾਂਦਾ ਹੈ। ਮੈਨੇਜਮੈਂਟ ਵੱਲੋਂ ਵੀ ਕੀਤਾ ਜਾਂਦਾ ਹੈ। ਉਸ ਤੋਂ ਜ਼ਿਆਦਾ ਮੇਰੇ ਜਿਹੜੇ ਇੱਥੋਂ ਦੇ ਟੀਚਰਸ ਨੇ, ਈਵਨ ਨਾਨ ਟੀਚਿੰਗ ਦੇ ਜਿਹੜੇ ਮੈਂਬਰਸ ਹੈਗੇ ਆ, ਉਹ ਵੀ ਕਰਦੇ ਆ। ਇੱਕ ਦੇਖੋ, ਕਾਲਜ ਦਾ ਤਾਂ ਮੇਨ ਇਹੀ ਹੈ, ਜੇ ਅਸੀਂ ਮੰਨ ਲਓ ਇੱਕ ਕੁੜੀ ਨੂੰ ਪੜ੍ਹਾ ਦਿੱਤਾ ਅਤੇ ਅਸੀਂ ਪੂਰੇ ਸਮਾਜ ਨੂੰ ਪੜ੍ਹਾ ਦਿੱਤਾ। ਕੁੜੀਆਂ ਦਾ ਕਾਲਜ ਹੋਵੇ ਚਾਹੇ ਮੁੰਡਿਆਂ ਦਾ ਕਾਲਜ ਹੋਵੇ, ਜਿਹੜੀ ਇੱਕ ਸਿੱਖਿਆ ਦਿੱਤੀ ਜਾ ਰਹੀ ਹੈ, ਇਹ ਤੋਂ ਵੱਡਾ ਮੈਨੂੰ ਲੱਗਦਾ ਹੈ ਹੋਰ ਅਸੀਂ ਯੋਗਦਾਨ ਨਹੀਂ ਪਾ ਸਕਦੇ। ਔਰ ਅਸੀਂ ਬਹੁਤ ਸਕਸੈਸਫੁਲੀ, ਸਫਲਤਾਪੂਰਵਕ ਇਹ ਕੰਮ ਕਰ ਰਹੇ ਹਾਂ ਔਰ ਕਰਦੇ ਰਹਾਂਗੇ। ਜਿਵੇਂ ਵੂਮੈਨਸ ਡੇ ਸਪੈਸ਼ਲ ਹੈਗਾ, ਅਤੇ ਕੀ ਮੈਸੇਜ ਦੇਣਾ ਚਾਹੋਗੇ ਕੁੜੀਆਂ ਨੂੰ? ਦੇਖੋ, ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਣੀ ਲਾਈਫ ਨੂੰ ਇਸ ਤਰ੍ਹਾਂ ਦਾ ਬਣਾਓ ਕਿ ਆਪਣੇ ਐਕਸ਼ਨਸ ਦੇ ਥਰੂ ਦੁਨੀਆ ਨੂੰ ਇਹ ਮੈਸੇਜ ਦਿਓ ਕਿ ਅਸੀਂ ਇਨਜਸਟਿਸ ਨੂੰ ਬਰਦਾਸ਼ਤ ਨਹੀਂ ਕਰਨਾ। No longer we are going to be dominated by men, but this message should be given softly, number one. Secondly, ਪਹਿਲਾਂ ਅਸੀਂ ਆਪਣੀ ਸੋਚ ਦੇ ਵਿੱਚ ਬਦਲਾਵ ਲੈ ਆਈਏ ਕਿ ਅਸੀਂ ਕਿਸੇ ਕੋਲੋਂ ਘੱਟ ਨਹੀਂ ਹਾਂ। ਆਪਣੇ ਆਪ ਨੂੰ ਉਸ ਲੈਵਲ 'ਤੇ ਲੈ ਆਓ। 2 ਤਰੀਕੇ ਹੁੰਦੇ ਹੈ ਦੁਸ਼ਮਣ ਨੂੰ ਖ਼ਤਮ ਕਰਨ ਦੇ, ਠੀਕ ਹੈ, ਜਾਂ ਤਾਂ ਦੁਸ਼ਮਣ ਨੂੰ AK-47 ਨਾ ਮਾਰ ਦਿਓ, ਠੀਕ ਹੈ, ਜਾਂ ਦੂਸਰਾ ਤਰੀਕਾ ਹੁੰਦਾ ਕਿ ਉਹਨੂੰ ਆਪਣਾ ਦੋਸਤ ਬਣਾ ਲਓ, ਠੀਕ ਹੈ। ਮੈਂ ਦੂਜੇ ਤਰੀਕੇ 'ਚ ਵਿਸ਼ਵਾਸ ਕਰਦੀ ਹਾਂ। ਦੁਸ਼ਮਣ ਤਾਂ ਆਪਾਂ ਖ਼ਤਮ ਕਰਨੇ ਹੈ। ਜੇ ਕੋਈ ਡੋਮੀਨੇਟ ਕਰ ਰਿਹਾ ਉਹਨੂੰ ਸਮਝਾਉਣਾ ਹੈ, ਲੇਕਿਨ ਉਹਨੂੰ ਫਿਰ ਆਪਣੇ ਲੈਵਲ 'ਤੇ ਲੈ ਕੇ ਆਉਣਾ ਹੈ। ਇਹ ਨਹੀਂ ਕਿ ਫਿਰ ਅਸੀਂ ਉਹਨੂੰ ਇੰਨਾ ਦਬਾਉਣਾ ਹੈ ਕਿ ਉਹ ਫਿਰ ਸਾਡੇ ਉੱਤੇ ਕੋਈ ਰਿਵੈਂਜ ਵਾਸਤੇ ਹੋਵੇ। ਤਾਂ ਦਿਸ ਇਜ਼ the best thing which we can do. We should follow Indian feminism which says that we always should remain united. ਤੋੜਨਾ ਨਹੀਂ ਹੈ, ਅਸੀਂ ਜੋੜਨਾ ਹੈ ਸਮਾਜ ਨੂੰ।
ਇਹ ਮੈਸੇਜ ਜ਼ਰੂਰ ਮੈਂ ਸਭ ਤੱਕ ਪਹੁੰਚਾਉਣਾ ਚਾਹੁੰਦੀ ਹਾਂ। ਬਿਲਕੁਲ ਮੈਮ, ਇੱਕ ਬਾਲੀਵੁੱਡ ਦੀ ਮੂਵੀ ਆਈ ਸੀ, ਮੂਵੀ ਦਾ ਨਾਮ ਸੀ ਨਾਇਕ, ਜਿਹਦੇ ਵਿੱਚ ਅਨਿਲ ਕਪੂਰ ਜੀ ਨੂੰ ਇੱਕ ਦਿਨ ਦਾ ਸੀਐਮ ਬਣਾ ਦਿੱਤਾ ਜਾਂਦਾ ਹੈ। ਅਗਰ ਉਹ ਮੌਕਾ ਤੁਹਾਨੂੰ ਮਿਲਦਾ ਹੈਗਾ ਤਾਂ ਤੁਸੀਂ ਲੁਧਿਆਣੇ ਸ਼ਹਿਰ ਵਾਸਤੇ ਤਾਂ ਪੰਜਾਬ ਵਾਸਤੇ ਕੀ ਕਰਨਾ ਚਾਹੋਗੇ? ਦੇਖੋ ਜੀ, ਪੰਜਾਬ 'ਚ ਬਹੁਤ ਵੱਡੀਆਂ ਚੇਂਜਸ ਆ ਰਹੀਆਂ। ਹੁਣ 10 ਤਰੀਕ ਨੂੰ ਅਸੀਂ ਨਤੀਜੇ ਸੁਣਨ ਜਾ ਰਹੇ ਹਾਂ। ਰੱਬ ਕਰੇ ਬਹੁਤ ਸੋਹਣੇ ਨਤੀਜੇ ਨਿਕਲਣ, ਇੱਕ ਚੰਗੀ ਸਰਕਾਰ ਬਣੇ, ਅਤੇ ਜਿਹੜੀਆਂ ਵੀ ਚੇਂਜਸ ਅਸੀਂ ਸੋਚ ਕੇ ਵੋਟਾਂ ਪਾਈਆਂ ਹੈ, ਰੱਬ ਕਰੇ ਉਹ ਚੇਂਜਸ ਆਪ ਹੀ ਹੋਣ। ਔਰ ਜੇ ਆਪਾਂ ਸੋਚੀਏ ਕਿ ਆਪਾਂ ਕੀ ਕਰ ਸਕਦੇ ਹੈਗੇ ਆ, ਤੇ ਮੈਂ ਫਿਰ ਉਸੇ ਗੱਲ 'ਤੇ ਆਉਂਗੀ ਕਿ ਆਪਣੀ ਸੀਟ 'ਤੇ ਬੈਠ ਕੇ ਆਪਣੀ ਸਿੰਸੈਰਿਟੀ ਨਾਲ ਜੇ ਮੈਂ ਆਪਣਾ ਕੰਮ ਨਿਭਾ ਸਕਾਂ, ਮੈਨੂੰ ਲੱਗਦਾ ਚਾਹੇ ਉਹ 1 ਦਿਨ ਹੋਵੇ ਚਾਹੇ 100 ਦਿਨ ਹੋਵੇ, ਮੈਂ ਉਹ ਕੰਮਾਂ ਨੂੰ ਅੱਗੇ ਲੈ ਕੇ ਜਾਣਾ ਚਾਹਾਂਗੀ। ਬਿਲਕੁਲ। ਉਹ ਮੈਮ ਕਹਿੰਦੇ ਨੇ ਕਿ ਕੁਦਰਤ ਨੇ ਸਾਨੂੰ ਇਹ ਦੁਨੀਆ ਬਹੁਤ ਸੋਹਣੀ ਬਣਾਈ ਹੈ, ਸਾਡੀ ਲਾਈਫ ਬਹੁਤ ਸੋਹਣੀ ਹੈਗੀ ਹੈ, ਔਰ ਸੋ ਉਹਦੇ 'ਚ ਬਹੁਤ ਸਾਰੀ ਐਕਟੀਵਿਟੀਜ਼ ਇੱਦਾਂ ਦੀਆਂ ਹੁੰਦੀਆਂ ਜੋ ਸਾਨੂੰ ਬਹੁਤ ਵਧੀਆ ਲੱਗਦੀਆਂ ਹੈਗੀਆਂ ਨੇ। ਸੋ ਲੇਕਿਨ ਕੁਝ ਪਲ ਇੱਦਾਂ ਦੇ ਹੁੰਦੇ ਲਾਈਫ ਦੇ ਜਦੋਂ ਸਾਨੂੰ ਲੱਗਦਾ ਕਿ ਇਹ ਸਮਾਂ ਇੱਥੇ ਹੀ ਰੁਕ ਜਾਏ, ਘੜੀ। ਸੋ ਤੁਹਾਡੀ ਲਾਈਫ ਦੇ ਸੁਨਹਿਰੇ ਪਲ ਕਿਹੜੇ ਨੇ? ਮੇਰੀ ਲਾਈਫ ਦੇ ਸੁਨਹਿਰੇ ਪਲ ਉਦੋਂ ਹੁੰਦੇ ਆ ਜਦੋਂ ਅਗਰ ਮੈਂ ਘਰ 'ਚ ਕਵਾਂ ਅਤੇ ਘਰ ਦੇ ਵਿੱਚ ਇੱਕ ਫੈਮਿਲੀ, ਮੇਰੇ 2 ਬੇਟੇ ਨੇ, ਦੋਨੋਂ ਹੀ ਬਾਹਰ ਜੋਬ ਕਰਦੇ ਨੇ। ਬਟ ਹੁਣ ਕਿਉਂਕਿ ਵੱਡਾ ਬੇਟੇ ਨੇ MBA ਕੀਤੀ ਹੈ, ਛੋਟਾ CA ਹੈ, ਅਤੇ ਹੁਣ ਕਿਉਂਕਿ ਵਰਕ ਫਰੋਮ ਹੋਮ ਚੱਲ ਰਿਹਾ ਤਾਂ ਬੜਾ ਅੱਛਾ ਲੱਗ ਰਿਹਾ ਹੈ ਕਿ ਬੱਚੇ ਘਰ ਨੇ। ਅਤੇ ਮੇਰੇ ਸੁਨਹਿਰੀ ਪਲ ਉਦੋਂ ਹੁੰਦੇ ਆ ਜਦੋਂ ਹਸਬੈਂਡ ਨਾਲ ਮੈਂ ਦੋਨਾਂ ਬੇਟਿਆਂ ਨਾਲ ਬੈਠੀ ਹੁੰਦੀ ਹਾਂ, ਕੋਈ ਸੌਫਟ ਜਿਹਾ ਮਿਊਜ਼ਿਕ ਚੱਲ ਰਿਹਾ ਹੋਵੇ, ਅਸੀਂ ਆਪਣੀ ਦਿਲ ਦੀਆਂ ਗੱਲਾਂ ਕਰ ਰਹੇ ਹੋਈਏ, ਅਤੇ ਦਿਲ ਕਰਦਾ ਹੈ ਕਿ ਬਸ ਇੱਥੇ ਹੀ ਵਕਤ ਰੁਕ ਜਾਏ। ਔਰ ਕਾਲਜ ਦੇ ਵਿੱਚ ਮੈਨੂੰ ਉਹ ਪਲ ਸਭ ਤੋਂ ਅੱਛਾ ਲੱਗਦਾ ਹੈ ਜਦੋਂ ਕੋਈ ਆਫਿਸ ਦਾ ਦਰਵਾਜ਼ਾ ਖੋਲ੍ਹ ਕੇ ਆ ਕੇ ਕਹਿੰਦਾ ਦੈਟ ਵੀ ਆਰ ਕੰਫਰਟੇਬਲ, ਔਰ ਅਸੀਂ ਇਹ ਕੰਮ ਤੁਸੀਂ ਦਿੱਤਾ ਸੀ ਉਹ ਤੋਂ ਜ਼ਿਆਦਾ ਅਸੀਂ ਕਰ ਰਹੇ ਹੈਗੇ ਹਾਂ। ਮੈਨੂੰ ਹਰ ਬੰਦੇ ਨੂੰ ਕੰਫਰਟੇਬਲ ਬਣਾਉਣਾ ਬਹੁਤ ਜ਼ਿਆਦਾ ਚੰਗਾ ਲੱਗਦਾ, ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣੇ ਕੋਲੋਂ ਰੱਬ ਕੋਈ ਗਲਤੀ ਨਾ ਕਰਵਾਵੇ। ਬਿਲਕੁਲ, ਤੁਸੀਂ ਹਸਬੈਂਡ ਦੀ ਗੱਲ ਕੀਤੀ ਹੈ, ਔਰ ਅਕਸਰ ਕਿਹਾ ਜਾਂਦਾ ਕਿ ਹਸਬੈਂਡ ਜਿਹੜਾ ਹੁੰਦਾ ਘਰ ਦਾ ਇੰਜਨ ਹੁੰਦਾ, ਮੋਢੀ ਹੁੰਦਾ, ਉਹਨੂੰ ਮੋਢੀ ਆਖਿਆ ਜਾਂਦਾ। ਸੋ ਉਹਦੇ ਵਿੱਚ ਤੁਸੀਂ ਆਪਣੇ ਹਸਬੈਂਡ ਦੀ ਕੋਈ 2 ਗੱਲਾਂ ਇੱਦਾਂ ਹੀ ਦੱਸੋ ਜਿਹੜੇ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਹੈਗੀਆਂ ਨੇ, ਔਰ 2 ਗੱਲਾਂ ਉਹ ਦੱਸੋ ਜਿਹੜੇ ਬਿਲਕੁਲ ਨਹੀਂ ਵਧੀਆ ਲੱਗਦੀਆਂ। ਦੇਖੋ ਜੀ, ਉਹ ਹੈ ਹੀ ਬਹੁਤ ਚੰਗੇ, ਠੀਕ ਹੈ, ਪਰ ਹੁਣ ਨਜ਼ਰ ਨਾ ਲੱਗੇ ਤੇ ਇਸ ਕਰਕੇ ਮੈਂ 2 ਗਲਤ ਵਾਲੀਆਂ ਪਹਿਲਾਂ ਦੱਸ ਦਿੰਦੀ ਹਾਂ। ਦੇਖੋ, ਉਹਨਾਂ ਦੀ ਨਾ ਇੱਕ ਆਦਤ ਹੈ, ਬਹੁਤ ਕੁਇਕ ਡਿਸੀਜ਼ਨ ਲੈਂਦੇ ਆ, ਅਤੇ ਜ਼ਿਆਦਾਤਰ ਉਹਨਾਂ ਦੇ ਡਿਸੀਜ਼ਨ ਠੀਕ ਵੀ ਹੁੰਦੇ ਆ, ਬਟ ਕਈ ਵਾਰੀ ਹੁੰਦਾ ਵੀ ਨਹੀਂ, ਮਤਲਬ ਆਪਾਂ ਡਿਸਕਸ਼ਨ ਕਰ ਲੈਂਦੇ, ਫਿਰ ਆਪਾਂ ਉਸ ਨਤੀਜੇ 'ਤੇ ਪਹੁੰਚਦੇ ਤਾਂ ਠੀਕ ਹੈ, ਬਟ ਫਿਰ ਮੈਨੂੰ ਬਾਅਦ 'ਚ ਪਤਾ ਲੱਗਦਾ ਵੀ ਨਹੀਂ ਉਹ ਠੀਕ ਹੀ ਸੀਗਾ, ਜੈਡਲੇ ਸੀਗੀ। ਬਹੁਤ ਕੁਇਕ ਵਾਲਾ ਉਹ ਕਰਦੇ ਹੈਗੇ ਆ, ਅਤੇ ਉਹਨਾਂ ਦਾ ਬਹੁਤ ਜਿਹੜੀ ਚੀਜ਼ ਮੈਨੂੰ ਅੱਛੀ ਲੱਗਦੀ ਹੈ ਕਿ ਬਹੁਤ ਹੀ ਪੇਸ਼ੈਂਟਲੀ ਗੱਲ ਨੂੰ ਸੁਣਦੇ ਹੈ, ਸਮਝਦੇ ਹੈ, ਔਰ ਜੋ ਠੀਕ ਹੁੰਦਾ ਹੈ, ਮਤਲਬ ਇਹ ਨਹੀਂ ਕਿ ਜੋ ਮੇਰੇ ਮਨ ਨੂੰ ਪਸੰਦ ਹੈ ਉਹ ਗੱਲ ਕਹਿ ਦੇਣ, ਨਹੀਂ, ਉਹ ਇੱਕ ਬੜੇ ਕ੍ਰਿਟਿਸਿਜ਼ਮ ਜਿਸੇ ਆਪਾਂ ਕਹਿੰਦੇ ਹਾਂ, ਮੇਰੀ ਜੌਬ ਨੂੰ ਲੈ ਕੇ ਵੀ, ਘਰ ਦੇ ਉਹਦੇ ਤੋਂ ਲੈ ਕੇ ਵੀ, ਉਹਦੇ ਬਾਰੇ ਉਹ ਬੜੀ ਪੇਸ਼ੈਂਟਲੀ ਸੁਣ ਕੇ ਫਿਰ ਸਮਝਾ ਕੇ ਫਿਰ ਨਾਲ ਲੈ ਕੇ ਅੱਗੇ ਚੱਲਦੇ ਆ। ਇਹ ਮੈਨੂੰ ਬਹੁਤ ਅੱਛਾ ਲੱਗਦਾ ਹੈ। ਕਈ ਵਾਰੀ ਮੈਂ ਕੁਇਕ ਹੋ ਜਾਂਦੀ ਹਾਂ, ਬਟ ਉਹ ਹੀ ਇਜ਼ ਆਲਵੇਜ਼ ਅ ਵੈਰੀ ਪੇਸ਼ੈਂਟ ਲਿਸਨਰ ਐਂਡ ਹੀ ਸੇਜ਼ what is right for everybody। ਇਹ ਨਹੀਂ ਕਿ ਮੈਨੂੰ ਖੁਸ਼ ਕਰਨ ਲਈ ਉਹਨਾਂ ਨੇ ਕਹਿ ਦੇਣਾ ਕਿ ਤੂੰ ਠੀਕ ਹੈ ਇੱਦਾਂ ਕਰ ਲੈ, ਪਰ ਉਹ ਮੈਨੂੰ ਸਹੀ ਰਸਤਾ ਜਿਹੜਾ ਹੈਗਾ ਉਹ ਬਹੁਤ ਸੋਹਣੀ ਤਰ੍ਹਾਂ ਸੁਝਾ ਦਿੰਦੇ ਆ। ਦਿਸ ਇਜ਼ ਦ ਬੈਸਟ ਪੋਸੀਬਲ ਥਿੰਗ। ਤੁਸੀਂ ਮਿਊਜ਼ਿਕ ਦੀ ਗੱਲ ਕੀਤੀ ਹੈ ਕਿ ਸਾਰਾ ਪਰਿਵਾਰ ਬੈਠਦੇ ਮਿਊਜ਼ਿਕ ਗੁਣਗੁਣਾਉਂਦਾ, ਤੇ ਕਿੱਦਾਂ ਦਾ ਮਿਊਜ਼ਿਕ ਸੁਣਦੇ ਹੋ ਤੁਸੀਂ? ਓਲਡੀਜ਼ ਜੀ, ਸਾਡੀ ਫੈਮਿਲੀ ਦੇ ਵਿੱਚ ਹੁਣ ਤਾਂ ਬੱਚੇ ਵੱਡੇ ਹੋ ਗਏ, ਬੱਚਿਆਂ ਨੂੰ ਇੱਕ ਰੱਟਾ ਲੱਗਿਆ ਹੁੰਦਾ ਸੀਗਾ ਕਿ ਪਾਪਾ ਦੀ ਕਾਰ 'ਚ ਜਦੋਂ ਵੀ ਬੈਠਣਾ ਸਿਰਫ ਜਿਹੜੇ ਹੈਗੇ ਆ ਸਾਨੂੰ 60s ਦੇ 70s ਦੇ 80s ਦੇ ਸੌਂਗ ਮਿਲਨੇ ਆ, ਅਤੇ ਉਹੀ ਸੌਂਗ ਹੁਣ ਵੀ ਚੱਲਦੇ ਆ। ਹੁਣ ਬੱਚੇ ਵੱਡੇ ਹੋ ਗਏ, ਮੈਂ ਉਹਨਾਂ ਨੂੰ ਕਹਿੰਦੀ ਕਿ ਬੇਟਾ ਨਵੇਂ ਵਾਲੇ ਗਾਣੇ ਲਾ ਲਓ, ਹੁਣ ਤੁਸੀਂ ਲਗਾ ਸਕਦੇ ਹੋ, ਸੁਖਨਾ ਆਪਣੇ ਕੋਲ ਤੁਹਾਡੀਆਂ ਕਾਰ ਹੈ, ਬਟ ਦੇ ਸੇ ਕਿ ਨਹੀਂ ਮੰਮਾ ਦੇ ਆਰ ਦ ਬੈਸਟ ਵਨਸ। ਤੋ ਵੀ ਆਰ ਵੈਰੀ ਫੌਂਡ ਆਫ ਦੈਟ ਮਿਊਜ਼ਿਕ, ਐਂਡ ਮੋਸਟਲੀ ਸਾਡੀ ਕੋਸ਼ਿਸ਼ ਹੁੰਦੀ ਹੈ ਮਹੀਨੇ 2 ਮਹੀਨੇ ਬਾਅਦ ਫਰੈਂਡ ਸਰਕਲ ਦੇ ਵਿੱਚ ਕੋਈ ਇੱਕ म्यूज़िकल इवनिंग ज़रूर हो जाए, और बहुत अच्छा लगता है। मतलब अभिमान से लेके अब तक के आशिकी के और ये सारे सॉन्ग्स जो हैं दे आर द बेस्ट वंस। ਤੁਸੀਂ ਕੀ ਗੁਣਗੁਣਾਓਗੇ ਸਾਡੇ ਦਰਸ਼ਕਾਂ ਨੂੰ, ਕੀ ਸੁਣਾਉਣ ਜਾ ਰਹੇ ਹੋ ਜਿਹੜੇ ਤੁਸੀਂ ਬੱਚਿਆਂ ਨੇ ਇੰਨੇ ਸਾਲਾਂ ਤੋਂ ਸੁਣਾਉਂਦੇ ਆਏ ਨੇ ਗੱਡੀ 'ਚ ਬਿਠਾ ਕੇ? नहीं नहीं सुनाते तो आए, पर जब बच्चे थोड़ा इंटरव्यू देखेंगे मम्मा आपने वो गाना गा लेना था। नहीं नहीं नहीं, बच्चों ने पता है कि मम्मा गा नहीं सकती। बच्चों ने ये पता है कि मम्मा इज़ अ राइटर, गुड या बैड मैं नहीं कह सकती, बट आई नॉर्मली आई राइट। गीत ਕਿਹੜੇ ਸੁਣਦੇ ਹੋ ਵੈਸੇ? गीत सारी तरह ਦੇ ਸੁਣਦੇ हैं, बट मैं फिर यही गल कहूँगी कि नहीं, आई कैन नॉट, स्पेशली ऑन दिस चैनल, नो नो नॉट एट ऑल। बस ये ज़रूर मैं कहना चाहूँगी कि ये जो समय है, समय को आदत है बीत जाने की और फिर कभी भी लौट कर ना आने की, बट आदमी भी बड़ी चीज़ है, जाते हुए लम्हों की झोली से चुरा के कुछ एहसास रख लेता है अपने पास,
सदा के लिए। तो बस ये जो पल आप हमारे साथ बिता रहे हैं और जो हम आप सबके साथ बिता रहे हैं, बस यही हसीन पल जो हमारे साथ रह जाएं, होर की चाहिए। बस इसे तरह हंसते खेडते ਜ਼ਿੰਦਗੀ ਨਿਕਲ ਜਾਏ। ਸਹੀ ਗੱਲ ਹੈ। ਸੋ ਜਾਂਦੇ ਨੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਅਗੇਨ the same one, stay blessed, keep making some kind of effort। ਮੇਰੀ ਬੜੀ ਇੱਕ ਫੇਵਰੇਟ ਲਾਈਨ ਹੈ ਜਿਹੜੀ ਮੈਂ ਅਕਸਰ ਦੁਹਰਾਨੀ ਰਹਿੰਦੀ ਹਾਂ ਆਪਣੇ ਵਾਸਤੇ ਵੀ ਔਰ ਸਾਰੀ ਦੁਨੀਆ ਵਾਸਤੇ ਵੀ, that be a lamp in the chamber if you cannot be a star in the sky। अगर आप आसमान में चमकता हुआ सितारा नहीं बन सकते तो कम से कम कक्ष में जलता हुआ एक दीपक ਜ਼ਰੂਰ ਬਣ ਜਾਈਏ। ਕਹਿਣ ਦਾ ਭਾਵ ਜੇ ਆਪਾਂ ਕੋਈ ਵੱਡਾ ਕੰਮ ਨਹੀਂ ਕਰ ਸਕਦੇ, ਲੱਗਦਾ ਹੈ ਇਕੱਲੇ ਆ ਕਿੱਥੇ ਹੋਏਗਾ, ਕੋਈ ਛੋਟਾ ਕੰਮ ਕਰ ਲਓ, ਬਟ ਕਰੋ ਜ਼ਰੂਰ। ਸਿਰ ਨੂੰ ਝੁਕਾਓ ਨਹੀਂ, ਸਿਰ ਨੂੰ ਉੱਪਰ ਉੱਠ ਕੇ ਜਦੋਂ ਆਪਾਂ ਦੇਖਾਂਗੇ ਤਾਂ ਪੂਰੀ ਦੁਨੀਆ ਨੂੰ ਰੋਸ਼ਨੀ ਦੇਣ ਵਾਲਾ ਸੂਰਜ ਉਹ ਵੀ ਤਾਂ ਇਕੱਲਾ ਹੀ ਹੈ, ਤੇ ਫਿਰ ਕਿੱਦਾਂ ਹੋ ਸਕਦਾ ਕਿ ਅਸੀਂ ਇਕੱਲੇ ਕੰਮ ਨਾ ਕਰ ਸਕੀਏ। ਕੀਪ ਵਰਕਿੰਗ, ਕੀਪ ਡੂਇੰਗ ਸਮਥਿੰਗ ਔਰ ਦਾ ਅਦਰ। ਮੁਬਾਰਕਾਂ ਦੇ ਦਿਓ ਜੀ ਵੂਮਨਸ ਡੇ ਦੀਆਂ। Oh, that is there, and I really want ਕਿ happy International Women Day, and ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਇਹ ਖਾਨਾ ਪੂਰਤੀ ਨਾ ਹੋਵੇ, ਇਹਨੂੰ ਪ੍ਰੈਕਟੀਕਲੀ ਅਸੀਂ ਲਾਗੂ ਕਰ ਸਕੀਏ। ਥੈਂਕ ਯੂ ਸੋ ਮਚ ਮੈਮ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। Thank you, same here। I'm blessed, I'm really blessed, thank you। ਸੋ ਦੋਸਤੋ, ਐਸੇ ਕਿ ਆ ਰਿਹਾ ਕਾਲਜ ਦੇ ਪ੍ਰਿੰਸੀਪਲ ਮੈਮ ਡਾਕਟਰ ਸੁਖਸ਼ਮ ਆਲੂਵਾਲੀਆ, ਜਿਨ੍ਹਾਂ ਨੇ ਆਪਣੇ ਦਿਲਾਂ ਦੀ ਗੱਲਾਂ ਤੁਹਾਡੇ ਨਾਲ ਕੀਤੀਆਂ ਸਾਂਝੀਆਂ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਇਸ ਤਰ੍ਹਾਂ ਹੀ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਸੋ ਆਗੇ बढ़ेगा इंडिया। ਸੋ ਕੈਮਰਾ ਪਰਸਨ ਗੌਤਮ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ। ਧੰਨਵਾਦ।